ਜੀ ਦਾ ਬੰਦੀ ਛੋੜ ਦਿਵਸ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਆਪਾਂ ਨੂੰ ਭਲੀ ਪ੍ਰਕਾਰ ਪਤਾ ਵੀ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਹੁੰਦਾ। ਹਿੰਦੂ ਵੀਰਾਂ ਦਾ ਇਤਿਹਾਸ ਇਹ ਆ ਵੀ ਉਸ ਦਿਨ ਭਗਵਾਨ ਰਾਮਚੰਦਰ ਜੀ ਅਯੁੱਧਿਆ ਵਾਪਸ ਆਏ ਸੀ। 14 ਸਾਲਾਂ ਦਾ ਬਨਵਾਸ ਕੱਟ ਕੇ। ਲੇਕਿਨ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਜਹਾਂਗੀਰ ਬਾਦਸ਼ਾਹ ਨੇ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤੇ ਸਨ, ਉਹਨਾਂ 52 ਰਾਜਿਆਂ ਨੂੰ 52 ਕਲੀਆਂ ਦੇ ਦੁਆਰਾ ਇੱਕ ਇੱਕ ਕਲੀ ਫੜਾ ਕੇ 52 ਰਾਜਿਆਂ ਨੂੰ ਸੁਤੰਤਰ ਕਰਵਾਇਆ, ਆਜ਼ਾਦ ਕਰਵਾਇਆ। ਬੰਦੀ ਕਹਿੰਦੇ ਬੰਧਨਾਂ ਨੂੰ, ਬੰਧਨਾਂ ਤੋਂ ਸੁਤੰਤਰ ਕਰਵਾ ਦੇਣਾ, ਬੰਧਨਾਂ ਤੋਂ ਮੁਕਤ ਕਰਵਾ ਦੇਣਾ, ਬੰਧਨਾਂ ਤੋਂ ਆਜ਼ਾਦ ਕਰਵਾ ਦੇਣਾ। ਜਦੋਂ ਹਜ਼ੂਰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਗੁਰੂ ਸਾਹਿਬ ਦੇ ਆਉਣ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਆਉਣ ਤੇ ਸਮੁੱਚੀ ਸੰਗਤ ਨੇ ਸ਼ਰਧਾ ਦੇ ਨਾਲ ਦੀਪਮਾਲਾ ਕੀਤੀ, ਦੀਵੇ ਜਗਾਏ, ਪਟਾਕੇ ਆਦਿਕ ਫੋੜੇ, ਕਿਉਂਕਿ ਸਤਿਗੁਰਾਂ ਦੀ ਆਉਣ ਦੀ ਖੁਸ਼ੀ ਸੀ। ਇਹ ਸਾਰਾ ਇਤਿਹਾਸ ਆਪਾਂ ਆਪ ਸੰਗਤਾਂ ਨਾਲ ਦਾਸ ਸਾਂਝਾ ਕਰੇਗਾ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ, ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੇ ਮਾਲਕ ਨੇ ਇੱਕ ਹੁਕਮ ਕੀਤਾ, ਕਿਉਂਕਿ ਉਸ ਵੇਲੇ ਹਿੰਦੂ ਕੌਮ, ਸਨਾਤਨ ਕੌਮ ਗੁਲਾਮ ਸੀ। ਗੁਲਾਮੀ ਦੀਆਂ ਨਿਸ਼ਾਨੀਆਂ ਸਨ। ਜਹਾਂਗੀਰ ਬਾਦਸ਼ਾਹ ਕਹਿ ਲਵੋ, ਮੁਗਲ ਸਮਰਾਜ ਕਹਿ ਲਵੋ, ਉਹਨਾਂ ਸਮਿਆਂ ਦੇ ਵਿੱਚ ਦਿੱਲੀ ਹਕੂਮਤ ਸਰਕਾਰ, ਉਹਨਾਂ ਸਮਿਆਂ ਦੀ ਹਕੂਮਤ ਸਰਕਾਰ ਦਾ, ਮੁਗਲ ਸਮਰਾਜ ਦਾ ਪ੍ਰਜਾ ਦੇ ਪ੍ਰਤੀ ਹੁਕਮ ਸੀ। ਹੁਕਮ ਇਹ ਸੀ ਵੀ ਇੱਕ ਤੇ ਸਿਰ ਦੇ ਉੱਪਰ ਕੋਈ ਦਸਤਾਰ, ਪੱਗ, ਦਮਾਲਾ ਇਹ ਨਹੀਂ ਬੰਨ੍ਹ ਸਕਦਾ, ਕਿਉਂਕਿ ਟੋਪੀ ਜਿਹੜੀ ਹੈ ਗੁਲਾਮੀ ਦੀ ਨਿਸ਼ਾਨੀ ਆ। ਇਤਿਹਾਸ ਪੜ੍ਹ ਕੇ ਦੇਖੋ, ਫਿਰ ਪਤਾ ਲੱਗੇਗਾ। ਦੂਸਰਾ, ਜਹਾਂਗੀਰ ਬਾਦਸ਼ਾਹ ਨੇ
ਹਕੂਮਤ ਸਰਕਾਰ ਨੇ, ਮੁਗਲ ਸਮਰਾਜ ਨੇ ਹੁਕਮ ਕੀਤਾ ਸੀ, ਆਪਣੇ ਕੋਲੇ ਕੋਈ ਸ਼ਸਤਰ ਨਹੀਂ ਰੱਖ ਸਕਦਾ। ਸ਼ਸਤਰ ਸ੍ਰੀ ਸਾਹਿਬ, ਕਿਰਪਾਨ, ਨੇਜਾ, ਬਰਛਾ, ਇਹ ਸਭ ਸ਼ਸਤਰਾਂ ਵਿੱਚ ਆਉਂਦੇ ਨੇ। ਇੱਕ ਹੁੰਦਾ ਸ਼ਾਸਤਰ, ਇੱਕ ਹੁੰਦਾ ਸ਼ਸਤਰ। ਸ਼ਾਸਤਰ ਗ੍ਰੰਥ, ਧਾਰਮਿਕ ਗ੍ਰੰਥ, ਧਾਰਮਿਕ ਪੋਥੀਆਂ। ਤੇ ਸ਼ਸਤਰ ਜਿਹੜਾ ਹੈ ਕਿਰਪਾਨ, ਸ੍ਰੀ ਸਾਹਿਬ, ਨੇਜਾ, ਬਰਛਾ। ਇੱਕ ਹੁੰਦਾ ਅਸਤਰ। ਅਸਤਰ ਉਹ ਹੁੰਦਾ ਜਿਵੇਂ ਬੰਦੂਕ ਦੇ ਵਿੱਚੋਂ ਨਿਕਲੀ ਗੋਲੀ, ਤੋਪ ਦੇ ਵਿੱਚੋਂ ਨਿਕਲਿਆ ਗੋਲਾ, ਕਮਾਨ ਦੇ ਵਿੱਚੋਂ ਨਿਕਲਿਆ ਤੀਰ, ਗਲੇਲ ਦੇ ਵਿੱਚੋਂ ਨਿਕਲਿਆ ਜੋ ਗਲੇਲਾ ਆਦਿਕ। ਉਡਵੇਂ ਅਸਤਰ ਹੱਥ 'ਚ ਫੜ ਕੇ ਜਿਹੜਾ ਵਾਰ ਕੀਤਾ ਜਾਂਦਾ ਉਹ ਸ਼ਸਤਰ। ਤੇ ਸ਼ਾਸਤਰ ਧਾਰਮਿਕ ਗ੍ਰੰਥ। ਇਹਨਾਂ ਦਾ ਆਪਸ ਵਿੱਚ ਬਹੁਤਾ ਭੇਦ ਨਹੀਂ। ਭੇਦ ਤੋਂ ਅਰਥ ਜਦੋਂ ਆਪਾਂ ਵਿਚਾਰ ਕਰਾਂਗੇ ਨਾ, ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ, ਸ਼ਾਸਤਰ ਤੇ ਸ਼ਸਤਰ ਉਹੀ ਅੱਖਰ ਹੈ, ਇੱਕ ਫਰਕ ਹੈ। ਸੱਸੇ ਦੇ ਪੈਰ ਬਿੰਦੀ, ਸੱਸੇ ਨੂੰ ਕੰਨਾ, ਸੱਸੇ ਪੈਰ ਬਿੰਦੀ, ਤੱਤਾ ਪੈਰ ਚਰਾਰਾ, ਇਹ ਬਣ ਗਿਆ ਸ਼ਾਸਤਰ। ਸੱਸੇ ਪੈਰ ਬਿੰਦੀ, ਸੱਸੇ ਪੈਰ ਬਿੰਦੀ, ਤੱਤਾ ਪੈਰ ਚਰਾਰਾ, ਇਹ ਬਣ ਗਿਆ ਸ਼ਸਤਰ। ਹੁਣ ਜਦੋਂ ਵੇਖਾਂਗੇ ਨਾ, ਅੱਖਰਾਂ ਦੇ ਵਿੱਚ ਕੋਈ ਬਹੁਤਾ ਭੇਦ ਨਹੀਂ। ਜਿੱਥੇ ਅੱਖਰਾਂ ਵਿੱਚ ਭੇਦ ਨਹੀਂ, ਇੱਕ ਮਾਤਰਾ ਦਾ ਭੇਦ ਹੈ। ਸੱਸੇ ਨੂੰ ਪੈਰ 'ਚ ਬਿੰਦੀ ਲਾ ਕੇ ਸੱਸੇ ਨੂੰ ਕੰਨਾ ਜਿੱਥੇ ਲੱਗਦਾ ਉੱਥੇ ਸ਼ਾਸਤਰ ਹੈ। ਤੇ ਸ਼ਾਸਤਰ ਦਾ ਅਰਥ ਹੁੰਦਾ ਗ੍ਰੰਥ, ਸ਼ਾਸਤਰ ਦਾ ਅਰਥ ਹੁੰਦਾ ਪੋਥੀ, ਸ਼ਾਸਤਰ ਦਾ ਅਰਥ ਹੁੰਦਾ ਕਿਸੇ ਮਹਾਂਪੁਰਖ, ਕਿਸੇ ਵਿਦਵਾਨ ਦੀ, ਕਿਸੇ ਤਤ ਬੇਤੇ ਦੀ, ਕਿਸੇ ਗੁਰੂ, ਪੀਰ, ਪਕੰਬਰ, ਅਵਤਾਰ ਦੀ ਲਿਖੀ ਹੋਈ ਕਲਮ। ਧਾਰਮਿਕ ਜਿੰਨੇ ਗ੍ਰੰਥ ਆ ਉਹ ਸ਼ਾਸਤਰ ਅਖਵਾਉਂਦੇ ਨੇ। ਸ਼ਾਸਤਰ ਦਾ ਤੇ ਸ਼ਸਤਰ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ, ਬੜਾ ਗੂੜਾ ਮੇਲ ਹੈ ਇਹਨਾਂ ਦਾ। ਜਿਵੇਂ ਅੱਖਰਾਂ ਦਾ ਦੇਖੋ ਕਿੰਨਾ ਮੇਲ ਆ। ਇੱਕ ਕੰਨਾ ਲਾ ਕੇ ਸ਼ਾਸਤਰ ਬਣ ਗਿਆ। ਹੁਣ ਜਿੱਥੇ ਕੰਨਾ ਲੱਗਿਆ ਨਾ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ। ਜਿਹੜਾ ਕੰਨਾ, ਇਹ ਦੀਰਘ ਦਾ ਪ੍ਰਤੀਕ ਹੈ। ਦੀਰਘ, ਕੰਨਾ, ਹੋੜਾ, ਬਿਹਾਰੀ, ਲਾ, ਦਲਾ, ਇਹ ਦੀਰਘ ਮਾਤਰ ਹੈ। ਇੱਕ ਲਘੂ ਹੁੰਦਾ, ਇੱਕ ਛੋਟਾ ਹੁੰਦਾ। ਜਿਹੜਾ ਲਘੂ ਆ ਉਹਨੂੰ ਕਹਿੰਦੇ ਆ ਛੋਟਾ, ਤੇ ਜਿਹੜਾ ਦੀਰਘ ਆ ਉਹਨੂੰ ਕਹਿੰਦੇ ਆ ਵੱਡਾ। ਸ਼ਾਸਤਰ ਵੱਡਾ ਹੈ, ਸ਼ਾਸਤਰ ਦੀਰਘ ਹੈ। ਸ਼ਾਸਤਰ ਜਿਹੜਾ ਸ਼ਾਸਤਰ ਗ੍ਰੰਥ, ਗ੍ਰੰਥ ਪੜ੍ਹ ਕੇ ਮਨ ਦੇ ਜਿਹੜੇ ਵੈਰੀ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਉਹਨਾਂ ਨੂੰ ਕੱਟਿਆ ਜਾਂਦਾ। ਯਾਨੀ ਸ਼ਾਸਤਰ ਵੀ ਕੱਟਣ ਦਾ ਹੀ ਕੰਮ ਕਰਦਾ ਹੈ। ਇਹ ਨਾ ਸੋਚੋ ਵੀ ਜਿਹੜਾ ਸ਼ਾਸਤਰ ਆ ਉਹ ਕੱਟਦਾ ਨਹੀਂ। ਜਿਨ੍ਹਾਂ ਕੋਲੇ ਗਿਆਨ ਰੂਪੀ ਸ਼ਾਸਤਰ ਹੈ, ਵਿਦਿਆ ਰੂਪੀ ਸ਼ਾਸਤਰ ਹੈ, ਉਹਨਾਂ ਨੇ ਗਿਆਨ ਰੂਪੀ, ਵਿਦਿਆ ਰੂਪੀ ਸ਼ਾਸਤਰ ਦੇ ਨਾਲ ਅਵਿਦਿਆ ਨੂੰ, ਅਗਿਆਨ ਨੂੰ ਕੱਟਿਆ। ਕਾਮ ਨੂੰ ਕੱਟਿਆ, ਕ੍ਰੋਧ ਨੂੰ ਕੱਟਿਆ, ਲੋਭ ਨੂੰ ਕੱਟਿਆ। ਇਹ ਕੱਟਣ ਦਾ ਕੰਮ ਕਰਦਾ ਸ਼ਾਸਤਰ ਜਾਨੀ ਗ੍ਰੰਥ। ਤੇ ਸ਼ਸਤਰ ਵੀ ਕੱਟਣ ਨੂੰ ਕੰਮ, ਜਿਹੜਾ ਸ਼ਸਤਰ ਆ ਨਾ, ਸ੍ਰੀ ਸਾਹਿਬ, ਨੇਜਾ, ਬਰਛਾ, ਕਿਰਪਾਨ, ਇਹ ਵੀ ਕੱਟਣ ਦਾ ਕੰਮ ਕਰਦਾ। ਚੇਤੇ ਰੱਖਿਓ।
ਬਾਹਰੀ ਪ੍ਰਤੱਖ ਅੰਗ ਜਿਹੜੇ ਆ, ਸਰੀਰ ਜਿਹੜਾ ਹੈਗਾ, ਬਾਂਹ ਕੱਟਣੀ, ਲੱਤ ਕੱਟਣੀ, ਇਹ ਪ੍ਰਤੱਖ ਸਰੀਰ ਨੂੰ ਕੱਟਣ ਦੇ ਵਿੱਚ ਸ਼ਸਤਰ ਕੰਮ ਕਰਦਾ। ਨੇਜਾ, ਬਰਛਾ, ਕਿਰਪਾਨ ਤੇ ਸ਼ਾਸਤਰ ਦੋਵਾਂ ਦਾ ਮੇਲ ਇੱਕੋ ਹੀ ਆ। ਤਾਈਓ ਦੀਰਘ ਮਾਤਰਾ ਦਿੱਤੀ ਆ, ਕਿਉਂਕਿ ਕੰਨਾਂ ਲਾ ਕੇ ਦੀਰਘ ਹੋ ਗਿਆ। ਇਸ ਕਰਕੇ ਦੀਰਘ ਮਾਤਰਾ ਕਰਕੇ ਜਿਹੜਾ ਸ਼ਾਸਤਰ ਹੈ, ਧਾਰਮਿਕ ਗ੍ਰੰਥ, ਇਹ ਵੀ ਕੱਟਦੇ ਆ, ਪਰ ਇਹ ਕੱਟਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਨੂੰ, ਤੇ ਦੋਵਾਂ ਨੂੰ ਕੱਟਣ ਦੀ ਲੋੜ ਹੈ। ਮੀਰੀ ਪੀਰੀ ਦੇ ਮਾਲਕ ਨੇ ਦੋ ਸ੍ਰੀ ਸਾਹਿਬਾਂ ਕਿਉਂ ਪਹਿਨੀਆਂ? ਮੀਰੀ ਦੀ ਤੇ ਪੀਰੀ ਦੀ। ਪੀਰੀ ਦੀ ਜਿਹੜੀ ਆ ਉਹ ਸ਼ਾਸਤਰ ਦੇ ਪ੍ਰਤੀ ਆ, ਮੀਰੀ ਦੀ ਜਿਹੜੀ ਆ ਉਹ ਰਾਜ ਦੇ ਪ੍ਰਤੀ ਆ। ਜਿਹੜੀ ਪੀਰੀ ਆ, ਪੀਰੀ ਯਾਦ ਰੱਖਿਓ, ਪੀਰੀ ਤੇ ਫਕੀਰੀ। ਪੀਰੀ ਕਹਿ ਲਵੋ, ਫਕੀਰੀ ਕਹਿ ਲਵੋ, ਜਿਹੜੀ ਇਹ ਤੁਰੀਆ ਅਵਸਥਾ ਕਹਿ ਲਵੋ, ਬ੍ਰਹਮ ਅਵਸਥਾ ਕਹਿ ਲਵੋ, ਬ੍ਰਹਮਾਕਾਰ ਵਰਤੀ ਕਹਿ ਲਵੋ, ਇਹ ਜਿਹੜੀ ਅਵਸਥਾ ਹੈ, ਇਹ ਗਿਆਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਸਿਮਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਨਾਮ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਔਰ ਇੱਕ ਗੱਲ ਬੜੀ ਮਜ਼ੇ ਵਾਲੀ ਹੈ ਇੱਥੇ, ਬਾ ਕਮਾਲ ਹੈ। ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਆ, ਜਾ ਕੇ ਦਰਸ਼ਨ ਕਰਿਓ ਸ੍ਰੀ ਅਕਾਲ ਤਖਤ ਦੇ ਸਾਹਮਣੇ। ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਆ ਥੋੜਾ ਜਿਹਾ ਉੱਚਾ ਹੈ, ਜਿਹੜਾ ਮੀਰੀ ਦਾ ਉਹ ਥੋੜਾ ਜਿਹਾ ਨੀਵਾਂ। ਜਿਹੜੀ ਪੀਰੀ ਆ, ਜਿਹੜੀ ਫਕੀਰੀ ਆ, ਉਸ ਤੋਂ ਬਿਨਾਂ ਰਾਜ ਨਹੀਂ ਚੱਲ ਸਕਦਾ, ਅਸੰਭਵ ਆ, ਔਖਾ। ਜਿਹੜਾ ਰਾਜ ਹੋਵੇ, ਰਾਜ ਦੇ ਵਿੱਚ ਫਕੀਰੀ ਹੋਣੀ ਜ਼ਰੂਰੀ ਆ, ਰਾਜ ਦੇ ਵਿੱਚ ਪੀਰੀ ਹੋਣੀ ਜ਼ਰੂਰੀ ਆ। ਫਕੀਰੀ ਹੋਵੇਗੀ, ਪੀਰੀ ਹੋਵੇਗੀ, ਕਿਉਂਕਿ ਜਿਹੜੀ ਇਹ ਪੀਰੀ ਦੀ ਸ੍ਰੀ ਸਾਹਿਬ ਆ, ਇਹ ਸਾਨੂੰ ਯਾਦ ਕਰਵਾਉਂਦੀ ਆ ਪਰਮਾਤਮਾ ਦੇ ਨਾਲ ਜੋੜਨਾ, ਵਾਹਿਗੁਰੂ ਦੇ ਨਾਲ ਜੁੜਨਾ, ਪਰਮਾਤਮਾ ਨਾਲ ਜੁੜਨਾ। ਫਕੀਰੀ ਇਹੀ ਯਾਦ ਕਰਵਾਉਂਦੀ ਆ। ਤੇ ਜਿਹੜੇ ਯਾਦ ਰੱਖਿਓ ਮੀਰੀ ਆ, ਇਹ ਸਾਨੂੰ ਰਾਜ ਦੇ ਰਹੀ ਆ, ਰਾਜ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸ਼ਾਸਤਰ ਵੀ ਕੋਲੇ ਹੋਵੇ, ਸ਼ਾਸਤਰ ਜਾਨੀ ਧਾਰਮਿਕ ਗ੍ਰੰਥਾਂ ਦਾ ਗਿਆਨ। ਮੈਂ ਗ੍ਰੰਥਾਂ ਵਿੱਚ ਪੜ੍ਹਿਆ, ਕਹਿੰਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬੇਅੰਤ ਭਾਸ਼ਾਵਾਂ ਦਾ ਗਿਆਨ ਰੱਖਦੇ ਸੀ, ਬੇਅੰਤ। ਤੇ ਉਹਨਾਂ ਦੇ ਪਾਸੋਂ ਵਿਦਿਆ ਹਾਸਲ ਕੀਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਸ਼ਾਸਤਰ ਕੱਟੇਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ, ਤੇ ਸ਼ਸਤਰ ਕੱਟੇਗਾ, ਔਰ ਜ਼ਰੂਰਤ ਦੋਵਾਂ ਦੀ। ਇਸ ਕਰਕੇ ਸਾਨੂੰ ਸੰਤ ਵੀ ਬਣਾਇਆ, ਸਾਨੂੰ ਸਿਪਾਹੀ ਵੀ ਬਣਾਇਆ। ਬਾਹਰੀ ਤੌਰ ਤੇ ਜਦੋਂ ਕੋਈ ਜ਼ੁਲਮ ਕਰਦਾ, ਕੋਈ ਅਤਿਆਚਾਰ ਕਰਦਾ, ਕੋਈ ਗਰੀਬਾਂ ਦੇ ਗਲ ਗੂਠਾ ਦਿੰਦਾ, ਕੋਈ ਜ਼ੁਲਮ ਕਰਕੇ ਜਿਹੜੇ ਮਜਲੂਮ ਹੈ, ਗਰੀਬ ਹੈ, ਉਹਨਾਂ ਨਾਲ ਧੱਕਾ ਕਰਦਾ, ਉੱਥੇ ਸ਼ਸਤਰ ਦੀ ਲੋੜ ਹੈ, ਸ੍ਰੀ ਸਾਹਿਬ ਕਿਰਪਾਨ ਦੀ ਲੋੜ ਹੈ। ਜਹਾਂਗੀਰ ਬਾਦਸ਼ਾਹ ਨੇ ਕਿਹਾ ਸੀਗਾ ਵੀ ਕੋਈ ਸ਼ਸਤਰ ਨਹੀਂ ਰੱਖ ਸਕਦਾ। ਪਹਿਲੀ ਗੱਲ, ਸਿਰ ਦੇ ਉੱਪਰ ਕੋਈ ਟੋਪੀ ਨਹੀਂ, ਗੁਲਾਮੀ ਦੀ ਨਿਸ਼ਾਨੀ ਹੈ ਟੋਪੀ। ਦੂਸਰਾ, ਸ਼ਸਤਰ ਨਹੀਂ ਕੋਈ ਰੱਖ ਸਕਦਾ, ਸ਼ਸਤਰ। ਤੀਸਰਾ, ਕੋਈ ਸੈਨਾ ਨਹੀਂ ਤਿਆਰ ਕਰ ਸਕਦਾ। ਉਸ ਸਮੇਂ ਦੀ ਹਕੂਮਤ, ਸਰਕਾਰ ਦਾ ਹੁਕਮ ਸੀ ਘੋੜੇ ਆਦਿਕ ਰੱਖਣੇ, ਸੈਨਾ ਆਦਿਕ ਰੱਖਣੀ। ਚਾਰ ਤਰ੍ਹਾਂ ਦੀ ਸੈਨਾ, ਪੈਦਲ ਸੈਨਾ, ਘੋੜਸਵਾਰ ਸੈਨਾ, ਹਾਥੀਆਂ ਵਾਲੀ ਸੈਨਾ, ਜਲ ਵਾਲੀ ਸੈਨਾ। ਇਹਨਾਂ ਚਾਰ ਤਰ੍ਹਾਂ ਦੀ ਸੈਨਾ ਦੇ ਵਿੱਚੋਂ ਕੋਈ ਸੈਨਾ ਨਹੀਂ ਰੱਖ ਸਕਦਾ। ਹਕੂਮਤ, ਸਰਕਾਰ ਦਾ ਪ੍ਰਜਾ ਦੇ ਪ੍ਰਤੀ ਹੁਕਮ ਸੀ। ਤੇ ਚੌਥਾ, 5 ਫੁੱਟ ਤੋਂ ਵੱਧ ਕੋਈ ਤਖਤ ਨਹੀਂ ਰਚ ਸਕਦਾ, ਤਖਤ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਹਕੂਮਤ, ਸਰਕਾਰ ਦੇ ਜਿਹੜੇ ਚਾਰ ਤਰ੍ਹਾਂ ਦੇ ਹੁਕਮ ਸੀ ਨਾ ਪ੍ਰਜਾ ਦੇ ਪ੍ਰਤੀ,
महाराज ने चारां की उलंघना कर दी, चारां नूं कट दिता। हजूर ने तख्त रचिया गुरु अर्जन देव महाराज की शहीदी तो बाद 5 फुट तो उपर। बाबा बुढ़ा जी भाई गुरदास जी कहन लगे महाराज ਉਹਦਾ नाम की है? महाराज कहन लगे अकाल तख्त, अकाल दा तख्त। साडा नहीं, ये अकाल दा, यानी गुरु हरगोबिंद साहब महाराज अकाल दे रूप है। जो इथों फैसला होवेगा वो अकाल तख्त दी, अकाल तख्त दे उपरों जो फैसला होवे वो अकाल दे हुक्म मुताबिक होवे, सिद्धांत दे हुक्म मुताबिक होवे, गुरमत दे मुताबिक होवे। हुंदा भी रहा। शेरे पंजाब महाराजा रणजीत सिंह के समय आप इतिहास पढ़ते हैं, थोड़ा समा पहला चल जाओ संत जरनैल सिंह के समय भी जो अकाल तख्त तो हुक्मनामा साहब हुंदा उन्होंने मनना पैंदा। ये अकाल दा तख्त है। दूसरा गुरु हरगोबिंद साहब महाराज ने उलंघना की। उलंघना तो अर्थ मैं कहांगा क्योंकि हुकूमत सरकार जिहड़ी उस समय जहांगीर बादशाह ने कानून बनाया सी, महाराज ने कानून नूं कट दिता। कानून की उलंघना तो अर्थ महाराज कहते सानू ये कानून नहीं चाहिए। हजूर ने हुक्म किया, महाराज कहन लगे सिर ते टोपी नहीं, दस्तार भी छोटी नहीं, दमाले की जिहड़ी रीति आ, दमाले का जिहड़ा रिवाज है वो 6वें पातशाह गुरु हरगोबिंद साहब महाराज ने चलाया। कई इतिहासकार कहते हैं भी बाबा फतेह सिंह जी उन्होंने ये दमाले की परंपरा चलाई, ये भी ठीक आ। पर 6वें पातशाह गुरु हरगोबिंद साहब महाराज के प्रथाए भी लिखिया आउंदा। ढाडी अब्दुल्ला जिहड़ा सी ना महाराज के कोले वारां गाउंदा सीगा ते गुरु साहब की उपमा देख के, गुरु साहब की चढ़दी कला देख के, गुरु साहब की उस्ताद देख के उन्होंने अपनी वार दे राहीं एक छंद लिखिया बड़ा प्यारा, मैं कई बार कथा में साझा किया। वो कहता मैं बलिहार गुरु की पगड़ी तो तेरी पगड़ी हर लिव लगड़ी तो, बलिहार गुरु के केसां तो तेरे केसां, सच उपदेशां तो, बलिहार गुरु के मत्थे तो तेरे मत्थे हर रंग रत्ते तो। क्योंकि महाराज पगड़ी दमाला बड़ा प्यारा बनते सी, महाराज के केस बड़े लम्मे सी ते महाराज के मत्थे का प्रताप कोई चल नहीं सकता सी। चक्कर चिहन हर बरन जहा तर पात नहन, जेह रूप रंग और रेख भेको कह न सकत के। कौन चले 6वें पातशाह गुरु हरगोबिंद साहब महाराज के मत्थे का प्रताप। हुक्म सी। महाराज कहन लगे टोपी नहीं, दमाला बन्नांगे, दस्तार बन्नांगे, पग कह लो पग बन्नांगे। क्योंकि पग दमाला दस्तार स्वतंत्रता की निशानी आ, आजादी की निशानी आ। इसे करके जो कि समय दे विच इहनूं खोण दी, इहनूं खत्म करन दी कोशिश की जाती है। तीसरा हुक्म गुरु साहब ने कर दिता। महाराज कहते अज तो बाद असीं मीरी पीरी दीआं 2 श्री साहिबां पैणीआं, जिहड़ा साडे कोले सिख आवेगा वो शस्त्रधारी होवे। शस्त्रधारी जिथे शास्त्र है, धार्मिक ग्रंथां दा ज्ञान है, उत्थे शस्त्र रखना भी जरूरी है। कलगीधर पातशाह ने सानू दोवें दिते आ, शास्त्र भी शस्त्र भी। चौथा हुक्म गुरु साहब ने कर दिता। महाराज कहन लगे 5 फुट नहीं, 5 फुट तो उपर असी ये तख्त दा थड़ा रचांगे ते घोड़ियां दी फौज। महाराज कहन लगे 4 तरह की फौज साडे कोले भर्ती होवेगी। महाराज कोले हाथी भी आउंदे रहे, घोड़े भी आउंदे रहे, शस्त्र भी आउंदे रहे। हजूर ने हुक्म किया प्रजा ताई सिखां ताई कि भाई जे भेटा लैके आउणी तो वधिया तो वधिया शस्त्र लैके आवो, वधिया तो वधिया घोड़े लैके आओ। इतिहास इस गल की गवाही भरदा, महाराज घोड़ियां नूं बड़ा प्यार करदे सी, शस्त्रां नूं बहुत प्यार करदे सी। मीरी पीरी दे मालक
4 ਜੰਗਾਂ ਐਵੇਂ नहीं कीतियां। हुक्म कर दिता हजूर ने। इधर सीगा चंदू, ये जहांगीर बादशाह का दीवान भाव अहलकार कह लवो, मंत्री कह लवो, वजीर कह लवो। चंदू ने गुरु अर्जन देव महाराज नूं शहीद करवाया सीगा। चंदू ते गुरु अर्जन देव महाराज का भरा प्रिथिया सुलही खां, ये जिहड़ी दुष्ट चौंकड़ी सी ना सारी रली हुई सीगी। जहांगीर बादशाह भी विच सीगा। चंदू ने शहीद करवाया गुरु अर्जन देव महाराज जी नूं, अपने हत्थीं महाराज नूं भारी सजा दित्ती। ये पिछला इतिहास आ। चंदू नूं पता लग्या भी गुरु हरगोबिंद साहब महाराज ने बदला लेना, क्योंकि महाराज ने यह गल कह दी सीगी। जदों भाई पुराणे होरां ने आके बेनती की सी ना, महाराज जी साडे गुरु गुरु अर्जन देव महाराज और आप जी दे पिता गुरु अर्जन देव महाराज जी नूं जुल्म कर करके, भैड़ा जुल्म करके, अत्याचार करके, भैड़ियां सजावां दे के चंदू ने शहीद किया। ते महाराज ने उस वेले कहा सीगा, महाराज कहन लगे हुण असीं बदला लवांगे बदला। चंदू नूं पता लग गया सी इन्हां गल्लां दा भी बदला लैणगे। इतिहास इस गल की गवाही भरदा कि चंदू ने चिट्ठी लिख के दिल्ली दे वल्लों एक दूत दे राही 6वें पातशाह कोले भेजी। चिट्ठी दे विच लिखिया सी भी जो पहला हो गया सो हो गया। तुसीं इदां करो, साडी धी, क्योंकि चंदू दी धी दा रिश्ता गुरु अर्जन देव महाराज ने ना कर दी सी। चंदू दी धी दा नाम सी सदा कौर। क्योंकि चंदू ने हंकार विच गल कही सी भी चबारे दी अट मोरी नूं लाए। गुरु नानक दे घर नूं मोरी कहा सीगा। महाराज ने कहा सी नहीं रिश्ता यह कबूल करना। इसे ईर्खा करके चंदू ने गुरु अर्जन देव महाराज नूं भारियां सजावां दित्तियां। महाराज नूं सजा कौन दे सकदा, पर महाराज ते एकांत सीगे। ये दुष्टे चंदू ने पूरी वाह लाई। चंदू ने चिट्ठी लिख के एक दूत दे राही 6वें पातशाह कोले भेजी। उहदे विच लिखिया सी कि गुरु हरगोबिंद साहब जी जो पहला होया सो होया, उहनूं भुल जावो। तुसीं इदां करो, साडी धी दा रिश्ता कबूल कर लो अपने नाल। आपां नवें सिरे तो हुण रिश्तेदारी पा के ते अगे नूं वधीए। एक धमकी वाली गल भी लिखी सी, जिवें आपां कह दिंदे भी धमकी आई। नाल लिखिया सी, अगर जे तुसीं साडी गल ना मन्नोगे, दिल्ली दा बादशाह मेरे हत्थ विच है, हुकूमत मेरे हत्थ विच है, वड्डे वड्डे राजे मेरे हत्थ विच आ। अगर मेरी गल ना मन्नी, तुसीं 6वें पातशाह नूं कहन लगा ते जिवें तुहाडे पिता नूं शहीद किया सी, हो सकदा वो दिन तुहाडे ते आ जावे। ते महाराज ने इधरों चिट्ठी लिख के भेजिया सीगा। महाराज कहन लगे, चंदू वो दिन गया, वो समा लंघ गया, हुण असीं 21 दी 31 पावांगे। साडा सिद्धांत ये गल कहंदा भी निमरता भी होनी चाहिदी आ, पर अत दी निमरता भी जे माला फेरदे नूं कोई ना टिकण देवे ते फिर कोले शस्त्र दे नाल जालम दे जो अत्याचार करन वाया उहदे गिट्टे भी कट्टने चाहिए। महाराज ने चिट्ठी लिखी, इधरों दूत लैके गया दिल्ली, ते चंदू ने जड़े पढ़ी ते चंदू उस वेले कंब उठिया। कहन लग्या भी गुरु ने ते 21 दी 31 पा के भेजी आ। इट दा जवाब पत्थर नाल दिता, गोली दा जवाब गोले नाल दिता। ये साडा सिद्धांत है, सानू सिखाउंदा है। निमरता भी होनी चाहिए, पर निमरता दे नाल वीर रस भी जरूरी है। जदों इन्हें चिट्ठी पढ़ी
ਇਹਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਦਲਾ ਲੈਣਗੇ। ਇਹ ਜਾ ਮਿਲਿਆ ਜਹਾਂਗੀਰ ਬਾਦਸ਼ਾਹ ਨੂੰ। ਚੰਦੂ ਨੇ ਕਿਹਾ, ਜਾ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ। ਜਹਾਂਗੀਰ ਬਾਦਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸੁਪੁੱਤਰ, ਉਹਨਾਂ ਨੇ ਜੋ ਤੁਸੀਂ ਪਰਜਾ ਦੇ ਪ੍ਰਤੀ ਹੁਕਮ ਕੀਤਾ ਸੀ, ਜੋ ਪਰਜਾ ਦੇ ਪ੍ਰਤੀ ਤੁਹਾਡਾ ਕਾਨੂੰਨ ਸੀਗਾ, ਉਸ ਕਾਨੂੰਨ ਦੀ ਉਲੰਘਣਾ ਕਰ ਦਿੱਤੀ, ਉਸ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹ ਕਹਿੰਦਾ, ਮੈਂ ਨਹੀਂ ਕਿਸੇ ਤੋਂ ਡਰਦਾ, ਮੈਨੂੰ ਕਿਸੇ ਦਾ ਡਰ ਨਹੀਂਗਾ। ਹਾਂ, ਡਰਦੇ ਵੀ ਨਹੀਂ ਮਹਾਰਾਜ। ਛੇਵੇਂ ਪਾਤਸ਼ਾਹ 10 ਗੁਰੂ ਸਾਹਿਬਾਨ, ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰਭਉ ਹੈ। ਕਾਹਦਾ ਡਰ ਗੁਰੂ ਸਾਹਿਬਾਨ ਨੂੰ? ਜਹਾਂਗੀਰ ਬਾਦਸ਼ਾਹ ਨੇ ਪੁੱਛਿਆ, ਚੰਦੂ ਗੱਲ ਕੀ ਹੋਈ? ਕਹਿੰਦਾ, ਗੱਲ ਕੀ ਹੋਣੀ ਸੀ? ਤੁਸੀਂ ਹੁਕਮ ਕੀਤਾ ਕਿ ਸਿਰ ਦੇ ਉੱਪਰ ਟੋਪੀ, ਤੁਸੀਂ ਹੁਕਮ ਕੀਤਾ ਪਰਜਾ ਦੇ ਪ੍ਰਤੀ ਕੋਈ ਸ਼ਸਤਰ ਨਹੀਂ ਰੱਖ ਸਕਦਾ, ਕੋਈ ਘੋੜੇ ਨਹੀਂ ਰੱਖ ਸਕਦਾ, ਕੋਈ 5 ਫੁੱਟ ਤੋਂ ਉੱਪਰ ਤਖਤ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਚੰਦੂ ਦੀਵਾਨ, ਇਹ ਮੈਂ ਗੱਲ ਕਹੀ ਆ? ਕਹਿਣ ਲੱਗਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇਰੇ ਚਾਰੇ ਹੁਕਮਾਂ ਦੀਆਂ, ਹਕੂਮਤ ਸਰਕਾਰ ਦੇ ਕਾਨੂੰਨ ਦੀਆਂ ਜੋ ਧੱਜੀਆਂ ਉਡਾਈਆਂ। ਕਹਿੰਦਾ, ਕਿਵੇਂ? ਚੰਦੂ ਕਹਿਣ ਲੱਗਾ, ਕਹਿੰਦਾ, ਜਹਾਂਗੀਰ ਬਾਦਸ਼ਾਹ, ਘੋੜੇ ਵੀ ਰੱਖੇ ਆ, ਸ਼ਸਤਰ ਵੀ ਰੱਖੇ ਆ, ਤਖਤ ਵੀ ਰਚਿਆ 5 ਫੁੱਟ ਤੋਂ ਉੱਪਰ, ਸਿਰ ਤੇ ਟੋਪੀ ਨਹੀਂ, ਪੱਗ ਨਹੀਂ, ਸਗੋਂ ਦਮਾਲਾ ਬੰਨਿਆ, ਤੇ ਵਾਰਾਂ ਵੀ ਪੜੀਆਂ ਜਾਂਦੀਆਂ ਉੱਥੇ ਜੋਸ਼ ਵਾਲੀਆਂ। ਬਾਦਸ਼ਾਹ ਜਿਹੜਾ ਜਹਾਂਗੀਰ ਸੀਗਾ ਉਸ ਵੇਲੇ ਸੋਚਣ ਲੱਗਿਆ, ਕਹਿੰਦਾ ਵੀ ਇਹ ਸੱਚ ਹੈ। ਬਾਦਸ਼ਾਹ ਦੇ ਕੋਲੇ ਇੱਕ ਮੰਤਰੀ ਰਹਿੰਦਾ ਸੀ ਜਿਹਦਾ ਨਾਮ ਆਇਆ ਵਜ਼ੀਰ ਖਾਨ। ਵਜ਼ੀਰ ਖਾਨ ਦੀ ਗੁਰੂ ਨਾਨਕ ਦੇ ਘਰ ਦੇ ਪ੍ਰਤੀ ਸ਼ਰਧਾ ਸੀ, ਕਿਉਂਕਿ ਇਹਨੂੰ ਜਲ ਉਧਰ ਦਾ ਰੋਗ ਸੀ। ਜਲ ਉਧਰ ਕਹਿੰਦੇ ਆ ਪੇਟ ਨੂੰ, ਜਲ ਕਹਿੰਦੇ ਪਾਣੀ ਨੂੰ। ਇਹ ਜਿਹੜਾ ਪੇਟ ਸੀ ਪਾਣੀ ਨਾਲ ਭਰ ਜਾਂਦਾ ਸੀ। ਇਹਨੇ ਬੜੀ ਦਵਾਈ ਖਾਧੀ, ਬੜੇ ਵੈਦਾਂ ਕੋਲੇ ਗਿਆ, ਬੜੀਆਂ ਜੁਗਤੀਆਂ ਵਰਤੀਆਂ, ਢੰਗ ਤਰੀਕੇ ਵਰਤੇ, ਪਰ ਇਹਦਾ ਪੇਟ ਠੀਕ ਨਹੀਂ ਹੋ ਰਿਹਾ ਸੀਗਾ। ਕਿਸੇ ਨੇ ਦੱਸਿਆ ਵੀ ਤੂੰ ਗੁਰੂ ਅਰਜਨ ਦੇਵ ਮਹਾਰਾਜ ਕੋਲੇ ਜਾ। ਇਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਆ ਕੇ ਨਕਮਸਤਕ ਹੋਇਆ, ਮੱਥਾ ਟੇਕਿਆ, ਮਹਾਰਾਜ ਮੇਰੀ ਇਹ ਬਿਮਾਰੀ ਕੱਟੋ। ਮਹਾਰਾਜ ਕਹਿੰਦੇ, ਸੁਖਮਣੀ ਪੜਿਆ ਕਰ। ਸੁਖਮਣੀ ਸਾਹਿਬ ਦਾ ਪਾਠ ਕਰਕੇ, ਬਾਣੀ ਪੜ੍ਹ ਕੇ ਜਦ ਉਧਰ ਦਾ ਰੋਗ ਜਿਹੜਾ ਸੀ ਇਹਦਾ ਦੂਰ ਹੋਇਆ ਸੀ। ਤੇ ਗੁਰੂ ਨਾਨਕ ਦੇ ਘਰ ਦੇ ਪ੍ਰਤੀ ਜਿਹੜਾ ਇਹ ਵਜ਼ੀਰ ਸੀਗਾ ਨਾ, ਵਜ਼ੀਰ ਖਾਂ, ਉਹਦੀ ਸ਼ਰਧਾ ਸੀਗੀ। ਤੇ ਮੰਤਰੀ ਸੀਗਾ ਇਹ ਜਹਾਂਗੀਰ ਬਾਦਸ਼ਾਹ ਦਾ। ਤੇ ਜਹਾਂਗੀਰ ਬਾਦਸ਼ਾਹ ਨੂੰ ਸਿਆਣਾ ਮੰਨਦਾ ਸੀ, ਚੰਗਾ ਮੰਨਦਾ ਸੀ, ਚੰਗਾ ਸਲਾਹਕਾਰ ਮੰਨਦਾ ਸੀ। ਇਸ ਵਜ਼ੀਰ ਖਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਸੱਦਿਆ। ਕਹਿਣ ਲੱਗਾ ਵੀ ਇਹ ਸੱਚ ਆ? ਵਜ਼ੀਰ ਖਾਂ ਕਹਿਣ ਲੱਗਾ, ਜੀ ਆਪਾਂ ਜ਼ਰੂਰ ਪਤਾ ਕਰਾਂਗੇ। ਚੰਦੂ ਕਹਿਣ ਲੱਗਾ, ਜੇ ਨਾ ਪਤਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਹੋਣਾ, ਪਤਾ ਕਰਨਾ ਚਾਹੀਦਾ। ਬਾਦਸ਼ਾਹ ਨੇ ਇਹ ਗੱਲ ਕੀ ਕਹਿੰਦਾ, ਵਜ਼ੀਰ ਖਾਂ ਕਿੰਚਤ ਬੇਗ ਨੂੰ ਆਪਣੇ ਨਾਲ ਲੈ ਜਾ, ਦਿੱਲੀ ਤੋਂ ਕੂਚ ਕਰ ਹੁਣੇ, ਦਿੱਲੀ ਤੋਂ ਜਾਵੋ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਛੇਵੇਂ ਪਾਤਸ਼ਾਹ ਨੂੰ ਸਾਡੇ ਵੱਲੋਂ ਬੇਨਤੀ ਕਰੋ ਕਿ ਸਾਨੂੰ ਆ ਕੇ ਦਰਸ਼ਨ ਦੇਵੇ। ਇਹ ਉਸ ਸਮੇਂ ਦੇ ਬੋਲ ਸੀਗੇ ਜੋ ਮੈਂ ਕਵੀ ਸੰਤੋਖ ਸਿੰਘ ਦੇ ਲਿਖੇ ਹੋਏ ਗ੍ਰੰਥ ਸੂਰਜ ਪ੍ਰਕਾਸ਼ ਵਿੱਚੋਂ ਪੜ੍ਹੇ। ਵਜ਼ੀਰ ਖਾਂ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜੋ ਤੁਹਾਡਾ ਹੁਕਮ ਹਜ਼ੂਰ। ਦਿਨ ਚੜ੍ਹੇ, ਅਗਲੇ ਦਿਨ ਵਜ਼ੀਰ ਖਾਂ ਤੇ ਕਿੰਚਤ ਬੇਗ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ। ਅੰਮ੍ਰਿਤਸਰ ਸਾਹਿਬ ਆ ਕੇ ਇਹਨਾਂ ਨੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾ, ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ। ਹੁਣ ਮਹਾਰਾਜ ਦੇ ਦਰਸ਼ਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੋਈ ਮਾੜੀ ਮੋਟੀ ਗੱਲ ਥੋੜੀ ਹੈ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਦੇ ਮੱਥੇ ਦਾ ਪ੍ਰਤਾਪ, ਚੌੜਾ ਸੀਨਾ, ਖਿੱਚ ਲਿਆ, ਚੜ੍ਹਦੀ ਜਵਾਨੀ। ਇਹਨੇ ਆ ਕੇ ਹਜੂਰ ਦੇ ਚਰਨਾਂ ਤੇ ਮੱਥਾ ਟੇਕਿਆ, ਵਜ਼ੀਰ ਖਾਨ ਨੇ ਤੇ ਕਿੰਚਤ ਬੇਗ ਨੇ।
ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਜਹਾਂਗੀਰ ਆਪ ਜੀ ਨੂੰ ਸੱਦਣਾ ਚਾਹੁੰਦਾ, ਆਪ ਜੀ ਨੂੰ ਬੁਲਾਉਣਾ ਚਾਹੁੰਦਾ, ਆਪ ਜੀ ਕਿਰਪਾ ਕਰੋ ਦਿੱਲੀ ਆ ਕੇ ਦਰਸ਼ਨ ਦੇਵੋ। ਹਜੂਰ ਉਸ ਵੇਲੇ ਥੋੜਾ ਜਿਹਾ ਚੁੱਪ ਹੋ ਗਏ, ਸਮਾਂ ਪਾ ਕੇ ਬੋਲੇ। ਮਹਾਰਾਜ ਕਹਿਣ ਲੱਗੇ ਵੀ ਅਸੀਂ ਸਲਾਹ ਕਰਕੇ ਦੱਸਦੇ ਹਾਂ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਸਤਿਕਾਰਯੋਗ, ਮਾਤਾ ਗੰਗਾ ਜੀ, ਹੋਰ ਸਿਆਣੇ ਗੁਰੂ ਕੇ ਸਿੱਖ ਭਾਈ ਜੇਠਾ ਜੀ ਵਰਗੇ, ਭਾਈ ਪੁਰਾਣਾ ਜੀ ਵਰਗੇ ਸਭਾ ਲੱਗੀ ਤੇ ਸਭਾ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਕਿ ਭਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਸਤਿਕਾਰ ਬਹੁਤ ਸੀ, ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦਾ ਸਤਿਕਾਰ ਬਹੁਤ ਸੀ, ਵੱਡੇ ਸਨ। ਭਾਈ ਦੀ ਪਦਵੀ ਜਿਹੜੀ ਸੀਗੀ ਉਹ ਭਾਈ ਗੁਰਦਾਸ ਨੂੰ ਮਿਲੀ ਸੀਗੀ। ਭਾਈ ਸਾਹਿਬ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਮਾਤਾ ਜੀ ਕਿਰਪਾ ਕਰਕੇ ਸਲਾਹ ਮਸ਼ਵਰਾ ਸਾਨੂੰ ਸਲਾਹ ਦੇਵੋ ਵੀ ਬਾਦਸ਼ਾਹ ਨੇ ਬੁਲਾਇਆ। ਕਵੀ ਸੰਤੋਖ ਸਿੰਘ ਨੇ ਲਿਖਿਆ ਵੀ ਕਈਆਂ ਨੇ ਸਲਾਹ ਦਿੱਤੀ ਨਾ ਜਾਵੋ। ਮਾਤਾ ਜੀ ਨੇ ਵੀ ਇਹ ਗੱਲ ਕਹੀ, ਮਾਤਾ ਗੰਗਾ ਜੀ ਨੇ ਵੀ ਬਾਦਸ਼ਾਹ ਨੇ ਤੁਹਾਡੇ ਪਿਤਾ ਨੂੰ ਸ਼ਹੀਦ ਕੀਤਾ, ਚੰਦੂ ਦਾ ਬਹੁਤ ਵੱਡਾ ਰੋਲ ਸੀਗਾ, ਤੁਹਾਡੇ ਤਾਇਆ ਜੀ ਪ੍ਰਿਥੀਏ ਦਾ ਉਹਦਾ ਰੋਲ ਸੀ, ਇਹ ਦੁਸ਼ਟ ਚੌਂਕੜੀ ਆ, ਉੱਤਰ ਤੁਸੀਂ ਨਾ ਜਾਵੋ। ਕਈਆਂ ਨੇ ਕਿਹਾ ਜੀ ਮਾਲਵੇ ਵੱਲ ਚਲੇ ਜਾਵੋ, ਕਿਉਂਕਿ ਮਾਲਵੇ ਦਾ ਏਰੀਆ ਉਸ ਵੇਲੇ ਥੋੜਾ ਜਿਹਾ ਜੰਗਲੀ ਏਰੀਆ ਸੀਗਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਜੋ ਆਪ ਜੀ ਦਾ ਹੁਕਮ। ਥੋੜੇ ਜਿਹੇ ਸਮੇਂ ਬਾਅਦ ਮਹਾਰਾਜ ਨੇ ਹੁਕਮ ਕੀਤਾ, ਮਹਾਰਾਜ ਕਹਿੰਦੇ ਅਸੀਂ ਦਿੱਲੀ ਜਾਵਾਂਗੇ। ਇੱਕ ਗੱਲ ਯਾਦ ਰੱਖਿਓ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਹੁਕਮ ਕੀਤਾ। ਮਹਾਰਾਜ ਕਹਿਣ ਲੱਗੇ 52 ਹੁਕਮ ਜਿਹੜੇ ਆ ਨਾ ਉਹ ਪੜਿਓ। ਗੁਰੂ ਗੋਬਿੰਦ ਸਿੰਘ ਦਾ ਹੁਕਮ ਆ ਕਿ ਮੇਰਾ ਜਿਹੜਾ ਖਾਲਸਾ, ਮੇਰਾ ਜਿਹੜਾ ਸਿੰਘ ਉਹ ਚਣਕਿਆ ਨੀਤੀ ਜ਼ਰੂਰ ਜਾਣਦਾ ਹੋਵੇ। ਹਾਂ, ਉਹ ਚਣਕਿਆ ਨੀਤੀ ਖੇਡਣੀ ਕਿੱਥੇ ਆ? ਕਿਸੇ ਗਰੀਬ ਗੁਰਬੇ ਦੇ ਉੱਪਰ ਨਹੀਂ, ਅਤਿਆਚਾਰ ਕਰਨ ਦੇ ਲਈ ਨਹੀਂ, ਮਜਲੂਮ ਦੇ ਉੱਪਰ ਨਹੀਂ। ਜੋ ਸਰਕਾਰਾਂ ਨੀਤੀਆਂ ਖੇਡਦੀਆਂ, ਸ਼ਾਮ ਦਾਮ ਭੇਦ ਦੰਡ, ਉਹਨਾਂ ਸਰਕਾਰਾਂ ਦੇ ਪ੍ਰਤੀ ਸਾਨੂੰ ਵੀ ਖੇਡਣੀ ਪੈਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਚਣਕਿਆ ਨੀਤੀ ਬਹੁਤ ਜਾਣਦੇ ਸਨ। ਕਦੇ ਇਤਿਹਾਸ ਪੜ੍ਹਿਓ, ਮਹਾਰਾਜ ਜੀ ਨੇ 22 ਧਾਰ ਦੇ ਜਿਹੜੇ ਰਾਜੇ ਸੀਗੇ ਭੀਮ ਚੰਦ ਹੁਰੀ, ਕਿੱਦਾਂ ਤਸੱਲੀਆਂ ਕਰਵਾਈਆਂ ਉਹਨਾਂ ਦੀਆਂ। ਚਣਕਿਆ ਨੀਤੀ ਹੋਣੀ ਚਾਹੀਦੀ ਆ, ਪਰ ਉਹ ਚਣਕਿਆ ਨੀਤੀ ਧਰਮ ਦੇ ਅਨੁਸਾਰ ਹੋਵੇ। ਚਣਕਿਆ ਨੀਤੀ ਦੇ ਅਨੁਸਾਰ ਧਰਮ ਨਹੀਂ, ਧਰਮ ਦੇ ਅਨੁਸਾਰ ਚਣਕਿਆ ਨੀਤੀ। ਮੈਂ ਕਹਿ ਦੇਵਾਂ ਚਣਕਿਆ ਨੀਤੀ ਘੋੜਾ ਹੋਵੇ ਤੇ ਧਰਮ ਸਵਾਰ ਹੋਵੇ। ਧਰਮ ਦੇ ਵਿੱਚ ਚਣਕਿਆ ਨੀਤੀ ਨਹੀਂ ਚੱਲ ਸਕਦੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਰਕਾਰ ਦੇ ਨਾਲ, ਹਕੂਮਤ ਸਰਕਾਰ ਦੇ ਨਾਲ ਉਸ ਸਮੇਂ ਚਣਕਿਆ ਨੀਤੀ ਖੇਡੀ। ਕਿਉਂ? ਕਿਉਂਕਿ ਚੰਦੂ ਨੂੰ ਲੈਣਾ ਸੀਗਾ। ਹੁਣ ਚੰਦੂ ਨੂੰ ਲੈਣਾ ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ। ਮੈਂ ਇਉਂ ਕਹਿ ਦਿੰਦਾ ਵੀ ਜਿਵੇਂ ਅੱਜ ਦੇ ਸਮੇਂ ਅਮੋਦੀ ਕੋਲੋਂ ਅਮਿਤ ਸ਼ਾਹ ਲੈਣਾ ਹੋਵੇ, ਇਹੀ ਗੱਲ ਹੈ। ਕੋਈ ਛੋਟੀ ਗੱਲ ਨਹੀਂ ਸੀਗੀ ਚੰਦੂ ਨੂੰ ਲੈਣਾ। ਮਹਾਰਾਜ ਨੇ ਪਹਿਲੀ ਨੀਤੀ ਉੱਥੇ ਵਰਤੀ। ਮਹਾਰਾਜ ਕਹਿਣ ਲੱਗੇ ਅਸੀਂ ਜਾਵਾਂਗੇ। ਸਿੱਖ ਸੰਗਤਾਂ ਕਹਿਣ ਲੱਗੀਆਂ ਵੀ 6ਵੇਂ ਪਾਤਸ਼ਾਹ ਜੇ ਚਲੇ ਗਏ, ਕਿਤੇ ਗ੍ਰਿਫਤਾਰ ਨਾ ਕਰ ਲਵੇ, ਕਿਤੇ ਉਹ ਫੜ ਨਾ ਲਵੇ, ਕਿਉਂਕਿ ਸੰਗਤਾਂ ਡਰਦੀਆਂ ਸੀ। ਮਾਤਾ ਜੀ ਵੀ ਕਹਿਣ ਲੱਗੇ ਪੁੱਤਰ ਜੀ ਥੋੜਾ ਜਿਹਾ ਸੋਚ ਲਵੋ। ਹਜੂਰ ਕਹਿਣ ਲੱਗੇ ਮਾਤਾ ਜੀ ਘਬਰਾਉਣ ਦੀ ਗੱਲ ਨਹੀਂ, ਡਰਨ ਦੀ ਗੱਲ ਨਹੀਂ ਗੀ। ਇੱਟ ਦਾ ਜਵਾਬ ਪੱਥਰ ਨਾਲ ਮਿਲੇਗਾ। ਚੰਦੂ ਨੂੰ ਨੱਥ ਪਾ ਕੇ ਲੈ ਕੇ ਆਵਾਂਗੇ, ਬਦਲਾ ਲਵਾਂਗੇ ਆਪਣੇ ਪਿਤਾ ਦੀ ਸ਼ਹੀਦੀ ਦਾ। ਹਜੂਰ ਨੇ ਵਜ਼ੀਰ ਖਾਨ ਨੂੰ ਇਹ ਗੱਲ ਕਹਿ ਦਿੱਤੀ ਵੀ ਅਸੀਂ ਤਿਆਰੀ ਕਰਾਂਗੇ, ਦਿੱਲੀ ਪਹੁੰਚਾਂਗੇ। ਮੇਰਾ ਇਤਿਹਾਸ ਦੱਸਦਾ ਕਿ ਵਜ਼ੀਰ ਖਾਨ, ਕਿੰਚਤ ਬੇਗ ਤੇ ਗੁਰੂ ਸਾਹਿਬ ਦੇ ਨਾਲ ਭਾਈ ਜੇਠਾ, ਭਾਈ ਪੁਰਾਣਾ ਆਦਿਕ ਹੋਰ ਚੜ੍ਹਦੀ ਕਲਾ ਵਾਲੇ ਸਿੰਘ, ਭਾਈ ਵਿਧੀ ਚੰਦ ਵਰਗੇ
ਉਹ ਤਿਆਰ ਹੋਏ ਜਾਣ ਦੇ ਲਈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ, ਦਰਬਾਰ ਸਾਹਿਬ ਦੀ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਅਤੇ ਭਾਈ ਗੁਰਦਾਸ ਜੀ ਨੂੰ ਆਦਿਕ ਜਿਹੜੇ ਗੁਰਮੁਖ ਪਿਆਰੇ ਸਨ, ਉਹਨਾਂ ਨੂੰ ਦੇ ਕੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ ਨੇ ਦਿੱਲੀ ਵੱਲ ਨੂੰ। ਅੰਮ੍ਰਿਤਸਰ ਸਾਹਿਬ ਤੋਂ ਜਾਂਦਿਆਂ ਦਿੱਲੀ ਵੱਲ ਨੂੰ ਰਸਤੇ ਦੇ ਵਿੱਚ ਬੇਅੰਤ ਸੰਗਤਾਂ ਦਾ ਉਧਾਰ ਕੀਤਾ। ਦਿੱਲੀ ਜਮਨਾ ਦੇ ਕਿਨਾਰੇ ਜਿੱਥੇ ਮਜਨੂ ਟਿੱਲਾ ਨਾ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਹਾਥੀ ਦਾ ਉਧਾਰ ਕੀਤਾ ਸੀਗਾ, ਉੱਥੇ ਜਾ ਕੇ ਡੇਰੇ ਲਾਏ। ਇਤਿਹਾਸ ਇਹ ਗੱਲ ਵੀ ਦੱਸਦਾ ਹੈ ਕਿ ਉੱਥੇ ਇੱਕ ਮਾਈ ਸੀਗੀ, ਬਹੁਤ ਸ਼ਰਧਾ ਰੱਖਦੀ ਸੀ ਉਹ ਛੇਵੇਂ ਪਾਤਸ਼ਾਹ ਦੇ ਪ੍ਰਤੀ। ਬਿਰਧ ਮਾਈ ਸੀ, ਯਾਦ ਕਰਦੀ ਸੀ ਵੀ ਛੇਵੇਂ ਪਾਤਸ਼ਾਹ ਗੁਰੂ ਨਾਨਕ ਦਾ ਰੂਪ, ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦੇਣ। ਤੇ ਮਹਾਰਾਜ ਨੇ ਉਹਦੇ ਹੱਥੋਂ ਪ੍ਰਸ਼ਾਦਾ ਵੀ ਛਕਿਆ, ਦਰਸ਼ਨ ਦਿੱਤੇ, ਗਦਗਦ ਹੋ ਗਈ। ਇਧਰ ਵਜ਼ੀਰ ਖਾਨ ਨੇ ਜਾ ਕੇ ਕਿੰਚਤ ਬੇਗ ਨੇ ਬਾਦਸ਼ਾਹ ਨੂੰ ਇਹ ਬੇਨਤੀ ਕੀਤੀ ਕਿ ਬਾਦਸ਼ਾਹ ਸਲਾਮਤ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਪਹੁੰਚ ਚੁੱਕੇ ਆ, ਮਜਨੂ ਟਿੱਲੇ ਦੇ ਉੱਪਰ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਬਾਦਸ਼ਾਹ ਜਹਾਂਗੀਰ ਨੇ ਉਸ ਸਮੇਂ ਕੁਝ ਸਿਪਾਹੀਆਂ ਦੇ ਸਮੇਤ ਕੁਝ ਭੇਟਾਵਾਂ, ਕੁਝ ਮਹਿੰਗੇ ਬਸਤਰ ਔਰ 1000 ਰੁਪਈਆ ਗੁਰੂ ਸਾਹਿਬ ਵੱਲ ਕੁਝ ਭੇਟਾਵਾਂ ਦੇ ਕੇ, ਕੁਝ ਬਸਤਰ ਦੇ ਕੇ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਤਿਕਾਰ ਦੇ ਵਜੋਂ ਗੁਰੂ ਸਾਹਿਬ ਦੇ ਵੱਲ ਵਜ਼ੀਰ ਖਾਨ ਨੂੰ ਭੇਜਿਆ। ਗੁਰੂ ਸਾਹਿਬ ਨੇ ਪ੍ਰਵਾਨ ਕੀਤਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਬਾਦਸ਼ਾਹ ਸਲਾਮਤ ਨੇ ਵਜ਼ੀਰ ਖਾਨ ਨੂੰ ਇਹ ਗੱਲ ਕਹੀ ਸੀ ਵੀ ਹੁਣ ਸਮਾਂ ਬਣਾਵੋ ਵੀ ਮੈਂ ਕਦੋਂ ਦਰਸ਼ਨ ਕਰਾਂ ਤੇ ਕਦੋਂ ਮੈਨੂੰ ਦਰਸ਼ਨ ਦੇਣਗੇ ਛੇਵੇਂ ਪਾਤਸ਼ਾਹ। ਸਮਾਂ ਬਣਾਇਆ ਗਿਆ। ਵਜ਼ੀਰ ਖਾਨ ਨੇ ਪੁੱਛਿਆ, ਮਹਾਰਾਜ ਕਦੋਂ ਕਿਰਪਾ ਕਰੋਗੇ? ਸਮਾਂ ਮਿਥਿਆ ਗਿਆ। 2-4 ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਜਨੂ ਟਿੱਲੇ ਤੋਂ ਚੱਲੇ, ਮੀਰੀ ਪੀਰੀ ਦੇ ਮਾਲਕ। ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦੇਣ ਦੇ ਲਈ। ਹੁਣ ਬਾਦਸ਼ਾਹ ਜਹਾਂਗੀਰ ਉਹਨੇ ਸਤਿਕਾਰ ਤੇ ਕਰਨਾ ਸੀ ਮਹਾਰਾਜ ਦਾ। ਇਤਿਹਾਸ ਦੱਸਦਾ ਵੀ ਸੁੰਦਰ ਆਸਨ ਲਵਾਇਆ। ਗੁਰੂ ਨਾਨਕ ਦਾ ਸਰੂਪ ਜਾਣ ਕੇ ਆਪਣੀ ਜਿਹੜੀ ਗੱਦੀ ਸੀ, ਆਪਣਾ ਜਿਹੜਾ ਤਖਤ ਸੀਗਾ, ਉਹਦੇ ਤੋਂ ਉੱਚਾ ਆਸਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਮਹਾਰਾਜ ਗਏ, ਬਾਦਸ਼ਾਹ ਨੇ ਤੱਕਿਆ ਤੇ ਤੱਕ ਕੇ ਇੱਕ ਵਾਰੀ ਤੇ ਇਉਂ ਸਮਝੋ ਵੀ ਧੰਦਲ ਪੈ ਗਈ। ਹੈਰਾਨ ਹੋ ਗਿਆ ਬਾਦਸ਼ਾਹ ਜਿਹੜਾ ਸੀਗਾ ਜਹਾਂਗੀਰ ਵੀ ਕਿਆ ਬਾਤ ਹੈ। ਗਦਗਦ ਕਰਦਾ ਚਿਹਰਾ, ਅੱਖਾਂ ਦੇ ਵਿੱਚ ਕੁਝ ਨੂਰ ਉਤਰਿਆ, ਚੌੜਾ ਮੱਥਾ, ਮੱਥੇ ਦਾ ਪ੍ਰਤਾਪ ਜਿਹੜਾ ਪ੍ਰਕਾਸ਼ ਜਿਹੜਾ ਉਹ ਚੱਲਿਆ ਨਹੀਂ ਜਾਂਦਾ। ਇਤਿਹਾਸ ਦੱਸਦਾ ਵੀ ਇਹਨੇ ਗੁਰੂ ਸਾਹਿਬ ਨੂੰ ਸੀਸ ਝੁਕਾਇਆ ਤੇ ਮਹਾਰਾਜ ਨੂੰ ਹੁਕਮ ਕੀਤਾ, ਵਾਹਿਗੁਰੂ ਬੇਨਤੀ ਕੀਤੀ ਕਿ ਮਹਾਰਾਜ ਜੀ ਆਸਨਾਂ ਵੱਲ ਜਾਵੋ। ਮਹਾਰਾਜ ਜਾ ਕੇ ਆਸਨਾਂ ਤੇ ਬਿਰਾਜਮਾਨ ਹੋ ਗਏ। ਕੁਝ ਵਿਚਾਰਾਂ ਹੋਈਆਂ ਛੇਵੇਂ ਪਾਤਸ਼ਾਹ ਦੇ ਨਾਲ ਜਹਾਂਗੀਰ ਬਾਦਸ਼ਾਹ ਦੀਆਂ। ਜਹਾਂਗੀਰ ਬਾਦਸ਼ਾਹ ਨੇ ਸਵਾਲ ਕੀਤਾ, ਕਹਿਣ ਲੱਗਾ ਵੀ ਮਹਾਰਾਜ ਕਿਰਪਾ ਕਰਕੇ ਦੱਸੋ, ਵੱਡਾ ਹਿੰਦੂ ਆ ਕਿ ਮੁਸਲਮਾਨ? ਧਰਮ ਹਿੰਦੂ ਦਾ ਸਹੀ ਆ ਕਿ ਮੁਸਲਮਾਨ ਦਾ? ਗਿਆਨਵਾਨ ਹਿੰਦੂ ਆ ਕਿ ਮੁਸਲਮਾਨ? ਇੱਕ ਗੱਲ ਯਾਦ ਰੱਖਿਓ, ਹਿੰਦੂ ਤੇ ਮੁਸਲਮਾਨ ਦੀ ਪਹਿਲਾਂ ਵੀ ਨਹੀਂ ਬਣੀ, ਅੱਜ ਵੀ ਨਹੀਂ ਬਣ ਰਹੀ। ਗੁਰੂ ਨਾਨਕ ਸਾਰੀ ਉਮਰ ਇਹਨਾਂ ਨੂੰ ਇੱਕ ਕਰਦੇ ਰਹੇ। ਜਿੰਨਾ ਸਮਾਂ ਮਹਾਰਾਜ ਨੇ 4 ਉਦਾਸੀਆਂ ਕੀਤੀਆਂ, ਮਹਾਰਾਜ ਨੇ ਇਹੀ ਹੁਕਮ ਕੀਤਾ ਜੋ ਪੰਜਵੇਂ ਪਾਤਸ਼ਾਹ ਨੇ ਕੀਤਾ ਸੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਰਾਮ ਤੇ ਅੱਲਾ ਇੱਕ ਹੈ, ਵਾਹਿਗੁਰੂ ਅੱਲਾ ਰਾਮ ਇੱਕ ਹੈ।
पर जिस वेले गुरु नानक देव महाराज ने शरीर छड्डिया, महाराज सचखंड पियाना करन लगे ते जिहड़ी चादर सी इन्हां ने फिर दो टुकड़ियां च करके दस दिता कि असीं कदे एक नहीं होना, अज भी एक नहीं हो रहे। आपां देखदे रहने आ निक्की निक्की गल ते हिंदू भी बहुत अत्याचार करते आ। मुसलमान जे किते पानी पीण चल जाते आ ते तां अफगानिस्तान दे विच हिंदुआं उपर सिखां उपर अत्याचार। ये सिलसिला चलता रहा, चलता है, चलता रहेगा। जहांगीर बादशाह ने पूछा, पातशाह कृपा करके दसो वड्डा हिंदू के मुसलमान? महाराज ने गुरु नानक दे बचन चेते करवाए। महाराज कह लगे, जहांगीर बादशाह शुभ अमला बाजो दोनों रोई। जे हिंदू विच चंगे गुण नहीं, हिंदू विच चंगा उदा चंगा करतब नहीं गा, चंगा कर्म नहीं, ते भावें वह तिलक लावे, भावें वह धोती बन्ने, ते भावें वह जनेऊ। मुसलमान दे विच चंगा गुण नहीं, भावें वह नमाज पढ़े, भावें वह मुछां कटा के रखे, भावें वह लम्मा कुर्ता पा के रखे, जो मर्जी अपने धर्म नूं। पर यह गल गुणा ते डिपेंड। अज सिख दे लई भी ये फर्ज है, जिथे अमरधारी आ उत्थे साडा फर्ज है कि गुणा नूं भी धारण करना। महाराज कहन लगे, अमलों दे बाजो दोने रोंदे आ, ना हिंदू भी अमला बाजो बेकार, मुसलमान भी। अवल अल्लाह नूर उपाया, कुदरत के सब बंदे। जहांगीर बादशाह ने पंजवें पातशाह नूं भी यह पुछया सी भी तुहाडे ग्रंथ विच अल्लाह की उपमा नहीं लिखी। औरंगजेब ने भी गुरु तेग बहादुर महाराज नूं पुछया सी। जहांगीर बादशाह दे बचन बलास छेवें पातशाह गुरु हरगोबिंद साहब महाराज नाल होए ते इहदी निवृत्ति हो गई। इहनूं पता लग गया भी गुरु नानक दे स्वरूप है। महाराज दे चरनां दी सेवा की। थोड़ा समा महाराज उत्थे रुके, फिर वापस आ गए। जिन्ना समा गुरु साहब दिल्ली विच रहे ते इतिहास दसदा है कि दिल्ली दा बादशाह सतगुरां दे हर रोज दी तरह दर्शन करदा है। एक दिन आगरे वल जाण दी तैयारी कीती है बादशाह ने। महाराज नूं बेनती की, महाराज आप जी नाल चलोगे? महाराज कहन लगे जरूर। रस्ते में शिकार खेडांगे? महाराज कहन लगे जरूर। नीति वेख्यो महाराज दी इत्थे, क्योंकि महाराज ने चंदू नूं लैना। हजूर कहन लगे हाँ चलांगे। एक दिन जहांगीर बादशाह दे नाल सैना ते इधर छेवें पातशाह गुरु हरगोबिंद साहब महाराज मीरी पीरी दे मालक ते उन्हां दे नाल गुरु की फौज, गुरु के सिख तुर पे। हजूर शिकार खेडण दे मौजी सीगे, मौज दे मालक सुतंत्र सतगुरु मीरी पीरी दे मालक महाराज क्रीड़ा करते जाते हैं, क्योंकि गुरु की एक क्रीड़ा होंगी है। जिथे गुरु करता ना उत्थे करत दे विच कदे गुरु फसदा नहीं। असी करत विच फस जाने हैं, वो तो दृष्टि होके सब कुछ देख रहे हैं। गुरु की क्रीड़ा मौज है गुरु की, इस करके वरत्या जाता शब्द भी गुरु की मौज है। महाराज क्रीड़ा करते जाते हैं, नाल बादशाह जहांगीर शिकार खेडते जाते हैं। ते अगे पता लग्या भी एक झुंड दे विच बड़ा वड्डा शेर बैठा। शेर दा शिकार बादशाह कहन लगा, जहांगीर महाराज जी इस झुंड दे विच एक शेर रहिंदा ते उह शेर ने इत्थों दे जीव जंतुआं नूं, इत्थों दे जानवरां नूं खत्म कीता, दुनिया नूं भी पै दिंदा। महाराज आप कृपा करो, शिकार करो शेर दा मर्द। कहंदे तुसीं करोगे? इतिहास दसदा भी बादशाह जहांगीर भी चुप हो गया तो सिपाहियां ने तो बोलना ही की सीगा। जहांगीर बादशाह कहंदा महाराज
शेर का शिकार कहता सातों नहीं होना। महाराज थोड़ा जा मुस्कुराए। महाराज कहन लगे जहांगीर बादशाह कले कले दुंबा खा जाने, बकरा कला कला तुहाडा सिपाही खा जाता, शिकार क्यों नहीं कर सकते? सिपाही कहन लगे ना महाराज आप जी कृपा करो। हजूर कहन लगे शेर का शिकार असी करांगे। हजूर घोड़े दे उपर है, घोड़े की लगाम हजूर ने अपने हथ विच पकड़ी है। छेवें पातशाह ने जिस झुंड दे विच शेर लुक के बैठा सी ते महाराज ने बड़क मारी। महाराज कहन लगे बाहर निकल ओए। शेर ने भी अगों बड़क मारी। इधर जो बादशाह जहांगीर सी, मंत्री आदक सन, सिपाही आदक सन, वो देख रहे सी ते छेवें पातशाह गुरु हरगोबिंद साहब महाराज की फौज उन्होंने भी रंग चढ़ रहा सी। महाराज शिकार करनगे शेर दा। शेर का शिकार कोई खाला जी का वाड़ा नहीं, साडे बाबे कर गए। बाबा हरि सिंह नलूए वर्गे, छेवें पातशाह गुरु हरगोबिंद साहब महाराज, 10वें पातशाह, उन्होंने शेरां दे शिकार किए आ। पर दुख इस गल का, अफसोस इस गल का, शेरां दी शिकार करन वाली जिहड़ी अज कौम है, वो किधर नूं तुरी जांदी है। साडे वड्डियां दा इतिहास पढ़ो किते। महाराज ने बड़क मारी, कहन लगे बाहर निकल। शेर बड़किया। हुण शेर दी बड़क कोई माड़ी मोटी गल नहीं। शेर दी बड़क तां इउं आ जिवें आकाश दे विच बदल गूंजदा। शेर हौली हौली कदम पटदा पटदा अगे नूं होया। महाराज ने गुरु हरगोबिंद साहब जी ने भी घोड़े नूं लगाम थोड़ी जी दित्ती, खिंचिया थोड़ा जा, घोड़ा हिणकिया। एक मैं बेनती कर देवां, ग्रंथां ने यह गल मन्नी है कि माड़ा घोड़ा जिहड़ा गुरु साहब दा वजन नहीं चुक सकदा सी। माड़ा घोड़ा मेरी पीरी दे मालक गुरु हरगोबिंद साहब जी, सीना चौड़ा, गदगद करदा चेहरा, किन्ना क वजन होवेगा महाराज दा कोई दस थोड़ी सकदा। महाराज अगे बढ़े, शेर भी आया, दूजी बड़क मारी। महाराज कहन लगे इत्थे ही बड़क मारी जावेगा कि अगे भी आवे? शेर हौली हौली कदम पुटदा पुटदा अगे आ रहा। जदों घुरने विचों जानी जिहड़ा वो झाड़ सी उहदे विचों बाहर निकलिया ते महाराज घोड़े दे उपर, महाराज ने घोड़े तो छाल मारी, थले हो गए। सज्जे हथ विच श्री साहब लई ते खब्बे हथ दे विच ढाल लई। शेर दियां अखां विच गुरु हरगोबिंद साहब महाराज दियां अखां शेर दियां अखां विच पईयां। अखां लाल कर लियां शेर ने, नेत्र लाल कर ले ते महाराज दे भी शरीर दे विचों मानो कि वीर रस आउण लग्गिया। डौले फड़कन लगे। हजूर दा चेहरा लालो लाल हो गया। चेहरा तकिया नहीं जाता सी। उस समय तकन वाला माड़ा बंदा तकन वाला उदा ही गच खा के डिग पैंदा। हजूर सामने होन लगे ते अखां च अखां पा के जदों शेर अगे नूं वधिया ना, पैर मार के बड़क मार के, क्योंकि शेर जदों हमला करदा उठ के आउंदा है, पिछलियां लत्तां ते भार दे के अगलियां लत्तां खड़ियां करके एकदम बंदे दे शिकारी दे गल नूं आके पैंदा है। महाराज दे गल नूं आके पैन लगा जिस वेले शेर, ते महाराज ने ऐसी ताल मलाई, उधरों शेर गल नूं आके पैन लगा। इधर मीरी पीरी दे मालक छेवें पातशाह गुरु हरगोबिंद साहब महाराज ने अपने खब्बे हथ जो ढाल लई सीगी, वो ढाल पंजे ते ला के ते सज्जे हथ दे नाल जो महाराज दे हथ विच श्री साहब सी, वो शेर दे ढिड विच ऐसी मारी, महाराज ने पाड़ के सुट दिता शेर नूं। डिग पिया शेर। गुरु की फौजा ने जकारे छड़ दिते। उस वेले धन गुरु हरगोबिंद सिंह, धन गुरु हरगोबिंद साहब महाराज दे चरना ते महाराज धन जे धन, बादशाह भी महाराज धन धन। बादशाह कंबन लग गया। ऐसा बली इसे करके भाई गुरदास ने लिखिया, वड जोधा बहु
ਪਰ ਉਪਕਾਰੀ, ਵੱਡਾ ਯੋਧਾ, ਵੱਡਾ ਬਲੀ, ਵੱਡਾ ਸੂਰਮਾ। ਇਹਨਾਂ ਨੂੰ ਕੌਣ ਜਿੱਤੇ? ਛੇਵੇਂ ਪਾਤਸ਼ਾਹ। ਤਾਨਾ ਮਹਾਰਾਜ, ਤਾਨਾ ਜਹਾਂਗੀਰ ਬਾਦਸ਼ਾਹ ਨੇ ਹਜੂਰ ਦੇ ਚਰਨਾਂ ਤੇ ਨਕ ਮਸਤਕ ਹੋ ਕੇ ਮੱਥਾ ਟੇਕਿਆ। ਮਹਾਰਾਜ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥੋੜਾ ਜਿਹਾ ਅੱਗੇ ਗਏ। ਸ਼ਿਕਾਰ ਕਰਦੇ ਕਰਦੇ ਦੁਪਹਿਰਾਂ ਪੈ ਗਈਆਂ। ਜਹਾਂਗੀਰ ਬਾਦਸ਼ਾਹ ਨੇ ਸਵਾਲ ਕੀਤਾ ਸੀ, ਮਹਾਰਾਜ ਤੁਹਾਨੂੰ ਪਾਤਸ਼ਾਹ ਕਿਉਂ ਕਹਿੰਦੇ ਆ? ਸੱਚੇ ਪਾਤਸ਼ਾਹ, ਪਾਤਸ਼ਾਹ ਮੈਨੂੰ ਵੀ ਕਹਿੰਦੇ ਆ, ਮੈਨੂੰ ਵੀ ਬਾਦਸ਼ਾਹ ਕਹਿ ਦਿੰਦੇ ਆ, ਪਰ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆ? ਮਹਾਰਾਜ ਕਹਿਣ ਲੱਗੇ ਵੀ ਜਵਾਬ ਤੈਨੂੰ ਮਿਲ ਜਾਵੇਗਾ। ਉਹਨਾਂ ਸਮਿਆਂ ਦੇ ਵਿੱਚ ਘਾਹ ਖੋਤਣ ਵਾਲਾ ਇੱਕ ਘਾਈ ਆਇਆ। ਘਾਈ ਨੇ ਆ ਕੇ ਪੁੱਛਿਆ, ਜਿਹੜੇ ਸਿਪਾਹੀ ਸਨ, ਫੌਜ ਸੀਗੀ ਜਹਾਂਗੀਰ ਬਾਦਸ਼ਾਹ ਦੀ, ਉਹਨਾਂ ਨੂੰ ਆ ਕੇ ਪੁੱਛਿਆ। ਕਹਿਣ ਲੱਗਾ ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ, ਸੱਚੇ ਪਾਤਸ਼ਾਹ ਦੇ। ਜਿਹੜੀ ਮੁਗਲ ਸਮਰਾਜ ਫੌਜ ਸੀਗੀ, ਸਿਪਾਹੀ ਸਨ, ਉਹਨਾਂ ਨੇ ਤੇ ਇਹੀ ਕਹਿਣਾ ਸੀ ਵੀ ਸਾਡਾ ਪਾਤਸ਼ਾਹ। ਕਹਿੰਦਾ ਵੀ ਉਹ ਅੱਗੇ ਬੈਠੇ ਆ, ਜਾ ਕੇ ਮਿਲ ਲੋ। ਕਾਹੀ ਇੱਕ ਘਾਹ ਖੋਤਣ ਵਾਲਾ ਚਲਾ ਗਿਆ। ਉਹਨੇ ਜਾ ਕੇ 5 ਪੈਸੇ ਆਦਿਕ ਮੱਥਾ ਟੇਕਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਤੁਹਾਡੀ ਸਦਾ ਜੈ ਹੋਵੇ। ਬਾਦਸ਼ਾਹ ਚੌੜਾ ਹੋ ਗਿਆ। ਕਹਿਣ ਲੱਗਾ ਮੰਗ ਕੀ ਮੰਗਣਾ? ਕਾਈ ਕਹਿਣ ਲੱਗਾ ਬਸ ਮੇਰੀ ਇੱਕ ਛੋਟੀ ਜੀ ਬੇਨਤੀ ਆ, ਲੋਕ ਦੇ ਤੇ ਪਰਲੋਕ ਦੇ ਸਹਾਈ ਹੋ ਜਾਓ। ਬਾਦਸ਼ਾਹ ਕਹਿਣ ਲੱਗਾ ਲੋਕ ਵਿੱਚ ਕਿਹੜੀ ਦਾਤ ਚਾਹੀਦੀ ਹੈ, ਦੱਸੋ ਦੇ ਦੇਵਾਂਗਾ। ਕਹਿੰਦਾ ਕਿਆ ਬਾਤ ਆ? ਕਹਿੰਦਾ ਪਰਲੋਕ ਦੇ। ਕਹਿੰਦਾ ਪਰਲੋਕ ਦਾ ਮੈਂ ਸਹਾਈ ਨਹੀਂ ਹੋ ਸਕਦਾ। ਕਹਿੰਦਾ ਹੈ? ਕਾਈ ਕਹਿਣ ਲੱਗਾ ਕੀ ਆਖਿਆ? ਕਹਿੰਦਾ ਪਰਲੋਕ ਦਾ। ਕਹਿੰਦਾ ਫਿਰ ਐਵੇਂ ਸੱਚੇ ਪਾਤਸ਼ਾਹ ਖਵਾਹੀ ਜਾਨਾ। ਉਸੇ ਵੇਲੇ 5 ਪੈਸੇ ਜਿਹੜੇ ਸੀਗੇ ਉਹ ਚੁੱਕੇ। ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦਰਸ਼ਨ ਕਰਨੇ ਆ। ਗੁਰੂ ਕੀਆਂ ਫੌਜਾਂ ਨੇ ਦੇਖਿਆ। ਕਹਿਣ ਲੱਗੇ ਸੱਚਾ ਪਾਤਸ਼ਾਹ ਇੱਧਰ ਹੈ। ਮਹਾਰਾਜ ਦਾ ਤੰਬੂ ਲੱਗਿਆ, ਮਹਾਰਾਜ ਬੈਠੇ ਨੇ। ਆ ਕੇ ਹਜੂਰ ਦੇ ਚਰਨਾਂ ਤੇ ਨਕ ਮਸਤਕ ਹੋ ਕੇ ਮੱਥਾ ਟੇਕਿਆ। ਕਾਈ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਲੋਕ ਦੇ ਵੀ ਸਹਾਈ। ਮਹਾਰਾਜ ਕਹਿੰਦੇ ਲੋਕ ਦੇ ਵਿੱਚ ਵੀ ਜੈ ਜੈਕਾਰ ਹੋਵੇਗੀ। ਮਹਾਰਾਜ ਪਰਲੋਕ ਦੇ ਵੀ। ਮਹਾਰਾਜ ਕਹਿਣ ਲੱਗੇ ਰੇ ਰੇ ਦਰਗਾਹ ਕਹਿ ਨਾ ਕਹੂ। ਕਹਿੰਦੇ ਪਰਲੋਕ ਦੇ ਵਿੱਚ ਵੀ ਤੇਰੇ ਲਈ ਦਰਵਾਜ਼ੇ ਖੁੱਲੇ ਆ, ਜਾ ਤੂੰ ਚਲਾ ਜਾ, ਤੈਨੂੰ ਮੁਕਤੀ ਬਖਸ਼ੀ। ਜਹਾਂਗੀਰ ਬਾਦਸ਼ਾਹ ਦੇ ਮਾਨੋ ਕਿ ਮੂੰਹ ਦੇ ਵਿੱਚ ਉਂਗਲਾਂ ਪੈ ਗਈਆਂ। ਕਹਿਣ ਲੱਗਾ ਵੀ ਇਸੇ ਕਰਕੇ। ਮਹਾਰਾਜ ਕਹਿੰਦੇ ਮਿਲ ਗਿਆ ਜਵਾਬ। ਤੈਨੂੰ ਪਾਤਸ਼ਾਹ ਕਹਿੰਦੇ ਆ, ਸਾਨੂੰ ਇਸੇ ਕਰਕੇ ਸੱਚਾ ਪਾਤਸ਼ਾਹ ਕਹਿੰਦੇ ਜੀ। ਮਹਾਰਾਜ ਤੁਸੀਂ ਧੰਨ ਹੈ। ਸ਼ਿਕਾਰ ਖੇਡਣ ਜਾਂਦੇ, ਪਰ ਇੱਧਰ ਜਿਹੜਾ ਚੰਦੂ ਸੀ ਉਹਨੇ ਸੋਚਿਆ, ਕਹਿੰਦਾ ਵੀ ਮੈਂ ਤੇ ਸੋਚਿਆ ਸੀਗਾ ਬਾਦਸ਼ਾਹ ਕੋਈ ਸਜ਼ਾ ਦੇਵੇਗਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਮਿੱਤਰਤਾ ਗੂੜੀ ਕਰੀ ਜਾਂਦਾ। ਇਹਨੇ ਇੱਕ ਚਾਲ ਖੇਡੀ। ਚਾਲ ਇਹਨੇ ਇੱਕ ਨਜੂਮੀਏ ਨੂੰ ਸੱਦਿਆ। ਨਜੂਮੀਏ ਨੂੰ ਆ ਕੇ ਕਹਿਣ ਲੱਗਾ ਆ ਲੈ ਮੇਰੇ ਤੋਂ 5000 ਰੁਪਈਆ, ਬਾਕੀ ਪੈਸੇ ਵੀ ਦੇਵਾਂਗਾ। ਇੱਕ ਚਾਲ ਖੇਡ। ਨਜੂਮੀਆ ਕਹਿੰਦਾ ਕਿਹੜੀ? ਕਹਿੰਦਾ ਬਾਦਸ਼ਾਹ ਕੋਲ ਜਾ ਕੇ ਇਹ ਗੱਲ ਕਹਿ ਵੀ ਤੇਰੇ ਸਿਰ ਦੇ ਉੱਪਰ ਸਾੜ ਸਤੀ ਚੱਲ ਰਹੀ ਹੈ ਤੇ ਉਹ ਸਾੜ ਸਤੀ ਤਾਂ ਟਲੇਗੀ ਜੇ ਕੋਈ ਬੰਦਗੀ ਵਾਲੀ ਰੂਹ, ਕੋਈ ਤਪਸਵੀ ਰੂਹ, ਕੋਈ ਨਾਮ ਜਪਣ ਵਾਲਾ, ਕੋਈ ਰੱਬ ਦਾ ਪਿਆਰਾ, ਕੋਈ ਗੁਰਮੁਖ ਪਿਆਰਾ, ਕੋਈ ਮਹਾਪੁਰਖ ਬ੍ਰਹਮ ਗਿਆਨੀ ਤੁਹਾਡੇ ਲਈ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਰਹਿ ਕੇ ਚਲੀਸਾ ਕੱਟੇ। ਨਜੂਮੀਆਂ ਨੂੰ ਤੇ ਪੈਸਾ ਚਾਹੀਦਾ ਸੀਗਾ। ਉਹ ਕਹਿਣ ਲੱਗਾ ਇਹ ਕਿਹੜੀ ਗੱਲ ਆ? ਅਗਲੇ ਦਿਨ ਸਭਾ ਲੱਗੀ ਤੇ ਨਜੂਮੀਆਂ ਚਲਾ ਗਿਆ ਬਾਦਸ਼ਾਹ ਜਹਾਂਗੀਰ ਕੋਲੇ। ਬਾਦਸ਼ਾਹ ਸਲਾਮਤ, ਗ੍ਰਹਿ ਦੇਖੇ ਆ ਮੈਂ, ਸਭ ਕੁਝ ਪੜਚੋਲ ਕੇ ਦੇਖ ਲਿਆ। ਉਹ ਕਹਿੰਦਾ ਕੀ ਹੋਇਆ? ਕਿਉਂਕਿ ਬਾਦਸ਼ਾਹ ਲੋਕ ਜਿਵੇਂ ਅੱਜ ਦੇ VIP ਅਮੀਰ ਲੋਕ ਬੜੇ ਡਰਦੇ ਆ ਨਾ, ਜਿਹੜਾ ਸਮੋਸਿਆਂ ਦੀ ਕਿਰਪਾ ਲੈਣ ਤੁਰੇ ਜਾਂਦੇ ਆ। ਉੱਥੇ ਮੈਂ ਦੇਖਿਆ ਵੀ ਪੜ੍ਹੇ ਲਿਖੇ, ਮਾਫੀ ਚਾਹਣਾ, VIP DC SSP ਆਦਿਕ ਬੈਠੇ ਹੁੰਦੇ। ਬਾਦਸ਼ਾਹ ਸਲਾਮਤ ਤੁਹਾਡੇ ਉੱਪਰ ਸਾੜ ਸਤੀ ਚੱਲ ਰਹੀ ਆ। ਹੈ? ਡਰ ਗਿਆ। ਸਾੜ ਸਤੀ? ਇਹਦਾ ਉਪਾਅ ਕੀ ਆ? ਇਹ ਦੂਰ ਕਿਵੇਂ ਹੋਵੇਗੀ? ਨਜੂਮੀਆਂ ਕਹਿਣ ਲੱਗਾ ਬਾਦਸ਼ਾਹ ਸਲਾਮਤ ਦੂਰ ਹੋ ਜਾਵੇਗੀ, ਪਰ ਇੱਕ ਉਪਾਅ ਹੈ। ਕਿਹੜਾ ਉਪਾਅ? ਦੱਸੋ ਮੈਨੂੰ। ਬਾਦਸ਼ਾਹ ਸਲਾਮਤ ਕੋਈ ਰੰਗੀ ਹੋਈ ਰੂਹ, ਬੰਦਗੀ ਵਾਲਾ
ਕੋਈ ਚੰਗੀ ਸ੍ਰੇਸ਼ਟ ਕੁਲ ਦੇ ਵਿੱਚੋਂ ਮਹਾਪੁਰਸ਼ ਬ੍ਰਹਮ ਗਿਆਨੀ ਤਤਵਿਤਾ ਗੁਰੂ ਅਵਤਾਰ ਹੀ ਹੋਵੇ, ਤੁਹਾਡੇ ਲਈ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ 40-41 ਦਿਨ ਚਲੀਸਾ ਕੱਟੇ ਜਾਣੀ, ਮੰਤਰ ਮਾਲਾ ਫੇਰੇ ਤੇ ਤੁਹਾਡਾ ਭਲਾ ਹੋ ਜਾਵੇਗਾ। ਬਾਦਸ਼ਾਹ ਸੋਚੀ ਪੈ ਗਿਆ ਵੀ ਐਸਾ ਬੰਦਾ ਕੌਣ ਹੋਵੇਗਾ। ਹੁਣ ਵਿਚਾਰ ਕਰਨ ਲੱਗਿਆ, ਆਪਣੇ ਮੰਤਰੀਆਂ ਨੂੰ ਪੁੱਛਿਆ, ਅਹਿਲਕਾਰਾਂ ਨੂੰ ਪੁੱਛਿਆ, ਵਜ਼ੀਰਾਂ ਨੂੰ ਪੁੱਛਿਆ। ਉੱਥੇ ਚੰਦੂ ਬੈਠਾ ਸੀ ਤੇ ਚੰਦੂ ਨੇ 2-4, ਕਿਉਂਕਿ ਉਹਦੇ ਨਾਲ ਵੀ ਅਕਸਰ ਦੀਵਾਨ ਸੀ, ਅਹਿਲਕਾਰ ਸੀਗੇ, ਉਹਨਾਂ ਨੂੰ ਪੈਸਾ ਖਵਾਉਂਦਾ ਸੀ। ਕਹਿਣ ਲੱਗਾ ਚੰਦੂ, ਬਾਦਸ਼ਾਹ ਜੀ ਜੇ ਮੈਂ ਕੁਝ ਕਹਿ ਸਕਾਂ, ਕਹਿੰਦਾ ਦੱਸੋ। ਕਹਿੰਦਾ ਹਜੂਰ ਹੈ, ਪਰ ਜੇ ਤੁਸੀਂ, ਬਾਦਸ਼ਾਹ ਕਹਿਣ ਲੱਗਾ ਦੱਸ ਮੇਰੀ ਸਾੜ ਸਤੀ ਟਲਣੀ ਚਾਹੀਦੀ। ਹਜੂਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜਦੋਂ ਨਾਂ ਲਿਆ, ਕਹਿੰਦਾ ਮਹਾਰਾਜ ਚਲੇ ਜਾਣਗੇ, ਹਜੂਰ ਤੁਸੀਂ ਬੇਨਤੀ ਤਾਂ ਕਰੋ ਇੱਕ ਵਾਰੀ। ਬਾਕੀ ਅਹਿਲਕਾਰ ਵੀ ਕਹਿਣ ਲੱਗੇ ਹਜੂਰ ਜੇ ਕਿਤੇ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਮੰਤਰ ਜਪਣ, ਮਾਲਾ ਫੇਰਨ, 41 ਦਿਨ ਰਹਿਣ, ਤੁਹਾਡੀ ਸਾੜ ਸਤੀ ਅਵੱਛ ਦੂਰ ਹੋ ਜਾਵੇਗੀ, ਪੱਕੀ ਹਕੀਕਤ। ਇਹ ਬਾਦਸ਼ਾਹ ਨੇ ਡਰਦੇ ਹੋਏ ਨੇ 1-2 ਦਿਨ ਬਾਅਦ ਵਜ਼ੀਰ ਨੂੰ ਕਿਹਾ, ਵਜ਼ੀਰ ਖਾਨ ਨੂੰ ਵੀ ਛੇਵੇਂ ਪਾਤਸ਼ਾਹ ਦਰਸ਼ਨ ਅਸੀਂ ਕਰਨਾ ਚਾਹੁੰਦੇ ਹਾਂ। ਮਹਾਰਾਜ ਦੇ ਦਰਸ਼ਨ ਕੀਤੇ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਮੈਂ ਡੁੱਬਦਾ ਜਾ ਰਿਹਾ, ਮੇਰਾ ਡੁੱਬਦਾ ਬੇੜਾ ਜਿਹੜਾ ਬੰਨੇ ਲਾਵੋ, ਡੁੱਬਦਾ ਬੇੜਾ ਮੇਰਾ ਕਿਨਾਰੇ ਲਾਵੋ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਹੈ ਕੀ ਹੈ, ਦੱਸ ਵੀ ਸਹੀ। ਕਹਿਣ ਲੱਗਾ ਮੇਰੇ ਤੇ ਸਾੜ ਸਤੀ ਚੱਲਦੀ ਆ, ਕਿਰਪਾ ਕਰਕੇ 40 ਕੁ ਦਿਨ ਲਈ ਗਵਾਲੀਅਰ ਜਾ ਕੇ ਮਹਾਰਾਜ ਰਹਿਮਤ ਕਰੋ, ਚਲੀਸਾ ਕੱਟ ਲਵੋ। ਇੱਕ ਵਾਰੀ ਇਤਿਹਾਸ ਗਵਾਹ ਇਸ ਗੱਲ ਦਾ ਵੀ ਹਜੂਰ ਚੁੱਪ ਹੋ ਗਏ। ਸੰਗਤਾਂ ਕਹਿਣ ਲੱਗੀਆਂ ਵੀ ਇਹ ਬਾਦਸ਼ਾਹ ਨੇ ਕਿੱਦਾਂ ਦਾ ਸਵਾਲ ਪਾਤਾ ਕਿ ਮਹਾਰਾਜ ਜਾਣਗੇ। ਥੋੜੇ ਸਮੇਂ ਬਾਅਦ ਮਹਾਰਾਜ ਬੋਲੇ, ਕਹਿੰਦੇ ਹਾਂ ਜਾਵਾਂਗੇ। ਦੇਖੋ ਮਹਾਰਾਜ ਦੀ ਚਣਕਿਆ, ਕਿਉਂਕਿ ਮਹਾਰਾਜ ਨੇ ਚੰਦੂ ਨੂੰ ਲੈਣਾ ਸੀ। ਕਈ ਵਾਰ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਤੇ ਟੇਢੀ ਵੀ ਕਰਨੀ ਪੈਂਦੀ ਆ, ਯਾਦ ਰੱਖਿਓ। ਸਾਨੂੰ ਸਮਝ ਨਹੀਂ ਆਉਂਦੀ ਗੀ, ਟੇਢੀ ਕਰਕੇ ਵੀ ਸਾਰਾ ਕੁਝ ਕਰਨਾ ਪੈਂਦਾ ਹੈ। ਸਮੇਂ ਸਮੇਂ ਤੇ ਗੁਰੂ ਕੇ ਸਿੰਘਾਂ ਨੇ ਟੇਢੀਆਂ ਉਂਗਲਾਂ ਵੀ ਕੀਤੀਆਂ। ਜਦੋਂ ਘੋੜੇ ਲੈਣ ਗਿਆ ਸੀ ਭਾਈ ਵਿਧੀ ਚੰਦ ਸ਼ਾਹਜਹਾਨ ਦੇ ਦਿਲਬਾਗ ਤੇ ਗੁਲਾਬ, ਪਹਿਲੇ ਵਾਰੀ ਘਾਈ ਬਣ ਕੇ ਗਿਆ, ਦੂਜੇ ਵਾਰੀ ਤੁਹਾਨੂੰ ਪਤਾ ਹੀ ਹੈ ਨਜੂਮੀਆਂ ਬਣ ਕੇ ਗਿਆ। ਸਾਰਾ ਹੀ ਪਹਿਰਾਵਾ ਆਪਣਾ ਚੇਂਜ ਕਰ ਲਿਆ ਸੀਗਾ। ਸਮੇਂ ਨਾਲ ਚੱਲਣਾ ਪੈਂਦਾ, ਚੇਤੇ ਰੱਖਿਓ ਇਸ ਗੱਲ। ਮਹਾਰਾਜ ਕਹਿੰਦੇ ਜਾਵਾਂਗੇ। ਸੰਗਤਾਂ ਕਹਿਣ ਲੱਗੀਆਂ ਹੈ, ਕਈ ਕਹਿਣ ਲੱਗੇ ਛੇਵੇਂ ਪਾਤਸ਼ਾਹ ਡਰ ਗਏ, ਜਿਵੇਂ ਅੱਜ ਦੇ ਤਾਂ ਬਹੁਤ ਹੈਗੇ ਆ ਨਾ ਬਈ, ਗੱਲਾਂ ਬੜੀਆਂ ਕਰਦੇ ਆ ਵੀ ਛੇਵੇਂ ਪਾਤਸ਼ਾਹ ਡਰ ਗਏ ਆ। ਮਹਾਰਾਜ ਨੇ ਚੰਦੂ ਲੈਣਾ ਸੀਗਾ। ਮਹਾਰਾਜ ਕਹਿੰਦੇ ਜਾਵਾਂਗੇ। ਮੇਰਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਮਹਾਰਾਜ ਭਾਈ ਪੈੜੇ ਨੂੰ ਤੇ ਭਾਈ ਜੇਠੇ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ, ਜਿੱਥੇ 52 ਰਾਜੇ ਜਿਹੜੇ ਸੀ ਉਹ ਕੈਦ ਸੀਗੇ। ਤੇ ਜਿਨ੍ਹਾਂ 52 ਰਾਜਿਆਂ ਨੂੰ ਰਿਹਾ ਕਰਵਾਇਆ ਨਾ, ਉਹ 52 ਦੇ ਵਿੱਚੋਂ ਜ਼ਿਆਦਾਤਰ ਬਹੁਤਾਤ ਵਿੱਚ ਉਹ ਹਿੰਦੂਆਂ ਦੇ ਰਾਜੇ ਸੀਗੇ। ਇੱਕ ਅੱਧਾ ਹੋਵੇਗਾ ਕੋਈ ਮੁਸਲਮਾਨ, ਨਹੀਂ ਬਾਕੀ ਸਾਰੇ ਹਿੰਦੂਆਂ ਦੇ ਰਾਜੇ ਉਹ ਕੈਦ ਕਰਕੇ ਰੱਖੇ ਸੀਗੇ। ਅਕਰਤ ਘਾਨਾ ਬਣਿਆ ਕਰੋ। ਜੇ ਉਹ ਰਾਜੇ ਬਾਹਰ ਨਾ ਕਰਦੇ ਛੇਵੇਂ ਪਾਤਸ਼ਾਹ, ਤੇ ਮੇਰੇ ਖਿਆਲ ਉਦੋਂ ਇਹਨਾਂ ਦਾ ਭੋਗ ਪੈ ਜਾਣਾ ਸੀਗਾ। ਮਹਾਰਾਜ ਚਲੇ ਗਏ। ਉੱਥੋਂ ਦਾ ਜਿਹੜਾ ਜੇਲ੍ਹਦਾਰ ਸੀ ਨਾ, ਜਿਹਦੇ ਕੋਲੇ ਜੇਲ੍ਹ ਦਾ ਸਾਰਾ ਕੰਮ ਸੀਗਾ, ਉਹ ਹਰਦਾਸ ਸੀਗਾ, ਉਹਦਾ ਨਾਮ ਆਇਆ ਇਤਿਹਾਸ ਵਿੱਚ। ਤੇ ਹਰਦਾਸ ਜਿਹੜਾ ਸੀਗਾ ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ, ਗੁਰੂ ਨਾਨਕ ਦੇ ਘਰ ਦਾ ਪ੍ਰੇਮੀ ਸੀ। ਉਹਨੂੰ ਪਤਾ ਲੱਗਿਆ, ਉਹਨੂੰ ਬੜਾ ਚਾਅ ਚੜਿਆ। ਮਹਾਰਾਜ ਚਲੇ ਗਏ। ਮਹਾਰਾਜ ਨੇ ਜਾ ਕੇ ਹੁਕਮ ਕਰ ਦਿੱਤਾ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਜੋ 500 ਰੁਪਈਆ, ਕਿਉਂਕਿ ਜਹਾਂਗੀਰ ਬਾਦਸ਼ਾਹ ਉਹਨਾਂ ਸਮੇਂ ਦੇ ਵਿੱਚ 500 ਰੁਪਈਆ ਅੱਜ ਦਾ 5 ਲੱਖ ਤੋਂ ਵੀ ਉੱਪਰ ਹੈ, ਹਰ ਰੋਜ਼ ਭੇਜਦਾ ਸੀਗਾ ਗੁਰੂ ਸਾਹਿਬ ਦੀ ਸੇਵਾ ਲਈ। ਮਹਾਰਾਜ ਨੇ ਕਿਹਾ ਜੋ 500 ਰੁਪਈਆ ਸਾਡੇ ਲਈ ਆਉਂਦਾ, ਉਹ 500 ਰੁਪਈਏ ਦਾ ਖਾਣਾ ਦਾਣਾ ਜਿੰਨੇ ਇਹ ਰਾਜੇ ਆ ਉਹਨਾਂ ਨੂੰ ਦਿੱਤਾ ਜਾਵੇ। ਰਾਜੇ ਤੇ ਧੰਨ ਧੰਨ ਕਰਨ ਲੱਗ ਗਏ। ਹੁਣ ਜਿੱਥੇ ਗੁਰੂ ਸਾਹਿਬ ਜਾਣ,
ਜਿੱਥੇ ਫੁੱਲ ਆ ਗੁਰਮੁਖ ਪਿਆਰਿਓ, ਜਿੱਥੇ ਖੁਸ਼ਬੂ ਆ ਫੁੱਲਾਂ ਦੀ, ਮਧੂ ਮੱਖੀਆਂ ਨੂੰ ਸੱਦਣ ਦੀ ਥੋੜੀ ਲੋੜ ਪੈਂਦੀ ਆ। ਮਹਾਰਾਜ ਦੇ ਦਰਸ਼ਨ ਕਰਕੇ ਰਾਜੇ ਗਦਗਦ ਹੋ ਗਏ। ਮਹਾਰਾਜ ਦੀ ਉਪਮਾ ਸੁਣੀ। ਮਹਾਰਾਜ ਨੇ ਆਪ ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ। ਮੇਰਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ। ਮਹਾਰਾਜ ਨੇ ਭਾਈ ਜੇਠੇ ਤੇ ਪੁਰਾਣੇ ਨੂੰ ਇਹ ਗੱਲ ਕਹੀ ਸੀ, ਕਹਿੰਦੇ ਭਾਈ ਮਿਹਨਤ ਕਰਕੇ ਜੋ ਤੁਸੀਂ ਲਿਆਵੋਗੇ ਅਸੀਂ ਉਹਦਾ ਪ੍ਰਸ਼ਾਦਾ ਛਕਾਂਗੇ। ਇੱਕ ਬੇਨਤੀ ਕਰ ਦੇਵਾਂ ਇੱਥੇ, ਜਿਹੜੇ ਕਹਿੰਦੇ ਆ ਜੀ ਅੱਜ ਕੱਲ ਆਏ ਨਹੀਂ ਪ੍ਰਸ਼ਾਦਾ ਛਕਣਾ ਚਾਹੀਦਾ, ਖੁੱਲੇ ਪੈਰੇ ਚ ਛਕ ਲਵੋ ਜੀ, ਕੁਛ ਨਹੀਂ ਹੁੰਦਾ। ਹੁੰਦਾ ਹੈ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੁੰਦਾ ਹੈ। ਜ਼ਿਆਦਾ ਲੰਮੀ ਵਿਚਾਰ ਨਹੀਂ ਮੈਂ ਇੱਥੇ ਕਰਾਂਗਾ, ਕਿਉਂਕਿ ਅੰਨਮੈ ਕੋਸ਼ ਕਰਕੇ ਸਰੀਰ ਪੈਦਾ ਹੋਇਆ। 5 ਕੋਸ਼ਾਂ ਦੇ ਵਿੱਚੋਂ ਅੰਨਮੈ ਕੋਸ਼ ਤੇ ਸਰੀਰ ਜਿਹੜਾ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਤੇ ਇੱਥੋਂ ਤੱਕ ਗ੍ਰੰਥਾਂ ਨੇ ਮੰਨਿਆ ਜਿਹੜਾ ਮਨ ਆ ਨਾ, ਮਨ ਜਿੱਥੇ ਸਰੀਰ ਛਕਦਾ ਉੱਥੇ ਮਨ ਵੀ ਛਕਦਾ। ਜੇ ਨਹੀਂ ਯਕੀਨ 2-4 ਦਿਨ ਪ੍ਰਸ਼ਾਦਾ ਛੱਡ ਕੇ ਦੇਖ ਲਿਓ ਤੇ ਅੱਜ ਪੁੜਪੜੀਆਂ ਆਦਿਕ ਦੁਖਣ ਲੱਗ ਪੈਣਗੀਆਂ। ਮਨ ਵੀ ਛਕਦਾ, ਭਾਫ ਜਿਹੜੀ ਹੈ ਨਾ, ਭਾਫ ਆਦਿਕ ਉਹ ਮਨ ਲੈਂਦਾ, ਸੂਖਸ਼ਮ ਵੀ ਸਕਦਾ। ਇਹ ਪਰ ਲੰਮੀ ਵਿਚਾਰ ਹੋ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਕਹਿਣ ਲੱਗੇ ਭਾਈ ਜੇਠਾ, ਭਾਈ ਪੁਰਾਣਾ, ਯਾਦ ਰੱਖਿਓ ਜੋ ਹਕੂਮਤ ਸਾਨੂੰ ਪੈਸਾ ਦੇ ਰਹੀ ਹੈ, ਜਹਾਂਗੀਰ ਬਾਦਸ਼ਾਹ ਪੈਸਾ ਦੇ ਰਿਹਾ 500, ਇਹ ਸਭ ਰਾਜਿਆਂ ਤੇ ਲਾ ਦਿਓ, ਅਸੀਂ ਇਹ ਪੈਸੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ ਲਿਆ ਕੇ ਅਨਾਜ ਆਦਿਕ। ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਹਰਾਮ ਦੀ ਕਮਾਈ ਆ, ਹਰਾਮ ਦੀ ਕਮਾਈ ਦੇ ਵਿੱਚੋਂ ਛਕਿਆ ਹੋਇਆ ਤੁਸੀਂ ਕਿੱਦਾਂ ਸਿੱਧ ਕਰ ਦੇਵੋਗੇ? ਮੇਰੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਨਕਾਰ ਕਰ ਰਹੇ ਆ। ਤੇ ਅੱਜ ਤੇ ਮੈਂ ਬਹੁਤ ਜ਼ਿਆਦਾ ਦੇਖਿਆ ਵੀ ਹਰਾਮ ਦੀਆਂ ਕਮਾਈਆਂ ਦੇ ਵਿੱਚੋਂ ਕਹਿੰਦੇ ਗੁਰੂ ਘਰ ਦੇ ਵਿੱਚ ਵੀ ਕੱਢੀ ਚੱਲੋ। ਮਤਾ ਸੋਚੋ ਵੀ ਹਰਾਮ ਦੀ ਕਮਾਈ ਕਰਕੇ ਤੁਸੀਂ ਕਹੋ ਸਾਨੂੰ ਫਲ ਮਿਲ ਜਾਵੇਗਾ। ਗੁਰੂ ਨੇ ਪ੍ਰਸੰਨ ਨਹੀਂ ਹੋਣਾ। ਗੁਰੂ ਤੇ ਸਿੱਧੇ ਤੌਰ ਤੇ ਕਹਿ ਰਿਹਾ, ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ। ਸਿੱਧੇ ਬਚਨ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਠੱਗ ਕੇ ਖਾ ਲਿਆ, ਮਾਨੋ ਮੁਰਦਾ ਹੀ ਖਾ ਲਿਆ, ਮਰਿਆ ਹੋਇਆ। ਤੇ ਮਹਾਰਾਜ ਕਹਿਣ ਲੱਗੇ ਭਾਈ ਪੈੜਾ, ਆਪਣਾ ਭਾਈ ਪੁਰਾਣਾ, ਭਾਈ ਜੇਠਾ ਜੀ, ਸਾਡੇ ਲਈ ਮਿਹਨਤ ਕਰਕੇ ਲਿਆਇਆ ਕਰੋ ਬਾਜ਼ਾਰ ਵਿੱਚੋਂ, ਉਹ ਅਸੀਂ ਪ੍ਰਸ਼ਾਦਾ ਛਕਾਂਗੇ। ਉਹਨਾਂ ਪੈਸਿਆਂ ਦਾ ਛਕਦੇ ਰਹੇ। 40 ਦਿਨ ਰਹੇ ਤੇ ਰੰਗ ਭਾਗ ਲੱਗੇ। ਇਧਰ ਚੰਦੂ ਬਾਦਸ਼ਾਹ ਨੇ ਹਰਦਾਸ ਦੇ ਰਾਹੀਂ, ਇੱਕ ਦੂਤ ਦੇ ਰਾਹੀਂ ਹਰਦਾਸ ਨੂੰ ਇੱਕ ਚੋਲਾ ਭੇਜਿਆ ਜ਼ਹਿਰ ਵਾਲਾ। ਕਵੀ ਸੰਤੋਖ ਸਿੰਘ ਨੇ ਲਿਖਿਆ, ਜ਼ਹਿਰ ਲਾ ਕੇ ਵੀ ਇਹ ਚੋਲਾ ਗੁਰੂ ਸਾਹਿਬ ਨੂੰ ਪਵਾ ਦੇਵੀਂ। ਹਰਦਾਸ ਮੈਂ ਤੈਨੂੰ 5000 ਰੁਪਇਆ, ਉਹਨਾਂ ਸਮਿਆਂ 'ਚ ਸੋਚੋ ਮੜਾ ਜਾ, 5000 ਰੁਪਇਆ ਦੇਵਾਂਗਾ, ਗੁਰੂ ਨੂੰ ਖਤਮ ਕਰ ਦੇ। ਪਰ ਹਰਦਾਸ ਨੂੰ ਜੋ ਜੇਲ੍ਹਦਾਰ ਸੀ, ਉਹ ਸਤਿਗੁਰਾਂ ਦੇ ਚਰਨਾਂ ਦੇ ਪ੍ਰਤੀ ਉਹਦੀ ਸ਼ਰਧਾ ਸੀ। ਉਹਨੇ ਕਿਹਾ ਮੈਂ ਪਾਪਾਂ ਦਾ ਭਾਗੀ ਬਣਾ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਚੰਦੂ ਦੁਸ਼ਟੇ ਨੇ। ਮਹਾਰਾਜ ਕਹਿੰਦੇ ਸਭ ਜਾਣਦੇ ਆ ਚੰਦੂ ਨੇ ਸਾਨੂੰ ਇੱਥੇ ਭੇਜਿਆ। ਜਾਣ ਦਾ ਕਾਰਨ ਸੀ ਮਹਾਰਾਜ ਦਾ, ਕਿਉਂਕਿ 52 ਦੇਖੋ ਕੋਈ ਜੁਗਤੀ ਹੁੰਦੀ ਹੈ, ਕੋਈ ਢੰਗ ਹੁੰਦਾ, ਕੋਈ ਤਰੀਕਾ ਹੁੰਦਾ। ਇੱਕ ਤੇ ਬੰਦੀ ਛੋੜ ਦੇ ਵਿੱਚ ਸਾਡੇ ਪ੍ਰਤੀ ਸੀ, ਇੱਕ ਉਹ ਰਾਜਿਆਂ ਨੂੰ ਮਹਾਰਾਜ ਨੇ ਰਿਹਾ ਕਰਵਾਉਣਾ ਸੀ, ਉਹਨਾਂ ਦਾ ਭਲਾ ਕਰਨਾ ਸੀ। ਤੇ ਤੀਜਾ ਗੁਰੂ ਸਾਹਿਬ ਨੇ ਚੰਦੂ ਨੂੰ ਵੀ ਲੈਣਾ ਸੀਗਾ, ਚੰਦੂ ਦੁਸ਼ਟੇ ਨੂੰ। ਹਰ ਰੋਜ਼ ਦੀਵਾਨ ਲੱਗਦੇ। 40 ਦਿਨ ਪੂਰੇ ਹੋ ਗਏ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਮਾਤਾ ਗੰਗਾ ਜੀ ਨੇ ਭੇਜਿਆ ਵੀ 40 ਦਿਨ ਤੋਂ ਉੱਪਰ ਹੋ ਗਏ ਆ, ਕਿਉਂਕਿ ਖਬਰ ਤੇ ਉਹਨਾਂ ਕੋਲੇ ਜਾਂਦੀ ਸੀ ਵੀ ਬਾਦਸ਼ਾਹ ਜਹਾਂਗੀਰ ਨੇ, ਕਿਉਂਕਿ ਚੰਦੂ ਨੇ ਇੱਧਰ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਦਿਮਾਗ ਸੀ ਉਧਰ ਜਾਣ ਹੀ ਨਹੀਂ ਦਿੱਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਵੀ ਆ ਕੇ ਬੇਨਤੀ ਕੀਤੀ ਵੀ ਕੁਝ ਕਰੋ। ਮਾਤਾ ਗੰਗਾ ਜੀ ਨੇ ਵੀ ਕਿਹਾ ਵੀ ਮਹਾਰਾਜ ਕਿਲੇ ਚੋਂ ਬਾਹਰ ਆਉਣੇ ਚਾਹੀਦੇ ਆ, ਪਰ ਮੌਜ ਦੇ ਮਾਲਕ ਤੇ ਉੱਥੇ ਇਕਾਂਤ ਹੈ। ਗਵਾਲੀਅਰ ਦਾ ਕਿਲਾ ਤੁਸੀਂ ਅੱਜ ਜਾ ਕੇ ਦਰਸ਼ਨ ਕਰ ਲਿਓ, ਦਿੱਲੀ ਤੋਂ ਅੱਗੇ ਆ। 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਆਪਣੇ ਆਨੰਦ ਵਿੱਚ ਆ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਕਹਿੰਦੇ ਵੀ ਜਿਹੜਾ ਭਾਈ ਜੇਠਾ ਸੀ, ਭਾਈ ਪੁਰਾਣਾ ਸੀ, ਉਹਨਾਂ ਨੇ ਰਾਤ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ
ਜਹਾਂਗੀਰ ਬਾਦਸ਼ਾਹ ਨੂੰ ਦਬੋਚ ਲਿਆ। ਡਰਿਆ ਜਹਾਂਗੀਰ ਬਾਦਸ਼ਾਹ, ਰੌਲਾ ਪਾਇਆ, ਮੈਨੂੰ ਬਚਾਓ। ਅਗਲਾ ਦਿਨ ਚੜਿਆ, ਕੰਬਿਆ। ਭਾਈ ਜੇਠਾ ਤੇ ਪੁਰਾਣਾ ਮਿਲੇ, ਕਹਿਣ ਲੱਗੇ ਵੀ ਇਹ ਜਿਹੜੀ ਸਾੜ ਸਤੀ ਹੈ ਨਾ, ਜਿਹੜੀ ਸ਼ੇਰਾਂ ਵਾਲੀ ਰਾਤ ਨੂੰ ਦੇਖੀ, ਕਹਿਣ ਲੱਗਾ ਹਾਂ ਇਹ ਕਹਿੰਦੇ ਇਸੇ ਕਰਕੇ ਹੈ ਕਿ ਤੁਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੰਦਰ ਕੈਦ ਰੱਖਿਆ। ਉਹ ਕਹਿੰਦਾ ਛੇਤੀ ਲੈ ਕੇ ਆਵੋ। ਪਰ ਜਦੋਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ, ਮਹਾਰਾਜ ਨੇ ਭਾਈ ਜੇਠੇ ਨੂੰ ਸੱਦਿਆ। ਸੱਦ ਕੇ ਕਿਹਾ, ਕਹਿਣ ਲੱਗੇ ਜੇਠਾ ਇਦਾਂ ਕਰ, ਜਮਨਾ ਨਾਲ ਜਾਂਦੀ ਸੀਗੀ, ਪਾਣੀ ਭਰ ਕੇ ਲਿਆ। ਗੜਬਾ ਪਾਣੀ ਲੈ ਆਂਦਾ। ਮਹਾਰਾਜ ਕਹਿੰਦੇ ਜਾ ਡੋਲਿਆ, ਡੋਲ ਆਂਦਾ। ਮਹਾਰਾਜ ਕਹਿੰਦੇ ਕੁਝ ਸਮਝਿਆ? ਮਹਾਰਾਜ ਨਹੀਂ ਸਮਝੇ। ਮਹਾਰਾਜ ਕਹਿਣ ਲੱਗੇ ਵੀ ਗੜਾ ਪਾਣੀ ਆਪਣਾ ਗੜਬਾ ਪਾਣੀ ਦਾ ਭਰ ਕੇ ਨਦੀ ਵਿੱਚੋਂ ਕੋਈ ਪਾਣੀ ਘਟਿਆ ਜਾਂ ਵਧਿਆ? ਕਹਿੰਦੇ ਨਹੀਂ ਜੀ। ਮਹਾਰਾਜ ਕਹਿੰਦੇ ਜਦੋਂ ਅਸੀਂ ਸ਼ਾਂਤ ਬੈਠੇ ਆ, ਪਰ ਤੈਨੂੰ ਕੀ ਲੋੜ ਸੀ? ਮਹਾਰਾਜ ਸਾਤੋਂ ਦੇਖਿਆ ਨਹੀਂ ਗਿਆ, ਸਾਨੂੰ ਜਾਣਾ ਪਿਆ, ਜਾ ਕੇ ਡਰਾਉਣਾ ਪਿਆ। ਇਧਰ ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਿਆ ਵੀ ਆਪ ਕਿਰਪਾ ਕਰੋ, ਬਾਹਰ ਆਵੋ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਜੇ ਅਸੀਂ ਆਵਾਂਗੇ ਤੇ 52 ਰਾਜੇ ਵੀ ਨਾਲ ਬਾਹਰ ਆਉਣੇ ਚਾਹੀਦੇ ਆ। ਮਹਾਰਾਜ ਇਹਨਾਂ ਨੂੰ ਨਹੀਂ ਛੱਡਣਾ ਜਹਾਂਗੀਰ ਬਾਦਸ਼ਾਹ ਨੇ। ਮਹਾਰਾਜ ਕਹਿੰਦੇ ਅਸੀਂ ਵੀ ਨਹੀਂ ਆਉਣਾ। ਦੇਖੋ ਮਹਾਰਾਜ ਪਰਉਪਕਾਰੀ ਵੱਡ ਯੋਧਾ, ਜਿੱਥੇ ਯੋਧੇ ਸੀ, ਜਿੱਥੇ ਸੂਰਮੇ ਸੀ, ਬਹੁ ਪਰਉਪਕਾਰੀ। ਜਨਮ ਮਰਨ ਦਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਨ ਹਰਸੋ ਲੈਣ ਮਲਾਏ। ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ, ਵਜ਼ੀਰ ਖਾਨ ਨੇ ਕਿਹਾ ਜਾ ਕੇ ਬਾਦਸ਼ਾਹ ਸਲਾਮਤ। ਮਹਾਰਾਜ ਨਹੀਂ ਆਉਂਦੇ। ਕਹਿੰਦੇ ਕਿਉਂ? ਕਹਿਣ ਲੱਗੇ ਵੀ 52 ਰਾਜੇ ਵੀ ਬਾਹਰ ਕੱਢੋ। ਮਹਾਰਾਜ ਕਹਿੰਦੇ ਅੱਛਾ। ਵਾਹਿਗੁਰੂ ਬਾਦਸ਼ਾਹ ਕਹਿਣ ਲੱਗਾ ਅੱਛਾ। ਬਾਦਸ਼ਾਹ ਨੇ ਕਿਹਾ ਵੀ ਜਿੰਨੇ ਕਲੀਆਂ ਫੜ ਕੇ ਬਾਹਰ ਆ ਜਾਣਗੇ ਉਨੇ ਹੀ ਆ ਜਾਣ। ਮੇਰੇ ਹਜੂਰ ਨੇ ਹੁਕਮ ਕੀਤਾ ਭਾਈ ਪੈੜੇ ਹੋਰਾਂ ਨੂੰ, ਭਾਈ ਪੁਰਾਣੇ ਹੋਰਾਂ ਨੂੰ, ਭਾਈ ਜੇਠੇ ਹੋਰਾਂ ਨੂੰ, ਕਹਿੰਦੇ 52 ਕਲੀਆਂ ਵਾਲਾ ਚੋਲਾ ਸਮਾਇਆ ਜਾਵੇ। 52 ਕਲੀਆਂ ਵਾਲਾ ਚੋਲਾ ਸਮਾਇਆ। ਉਹ ਚੋਲੇ ਦੇ 52 ਕਲੀਆਂ ਸਨ। ਇੱਕ ਇੱਕ ਕਲੀ ਫੜਾ ਕੇ ਉਹ ਜਿਹੜੇ 52 ਰਾਜੇ ਸੀ ਗਵਾਲੀਅਰ ਦੇ ਕਿਲੇ ਵਿੱਚੋਂ ਹਜੂਰ ਨੇ ਮੁਕਤ ਕਰਵਾਏ, ਹਜੂਰ ਨੇ ਸੁਤੰਤਰ ਕਰਵਾਏ, ਹਜੂਰ ਨੇ ਆਜ਼ਾਦ ਕਰਵਾ ਦਿੱਤੇ। ਵੇਖੋ ਕੈਸਾ ਪਰਉਪਕਾਰ ਸੀ ਮਹਾਰਾਜ ਦਾ। ਬੰਦੀ ਛੋੜ ਦਿਵਸ। ਫਿਰ ਮਹਾਰਾਜ ਨੇ ਚੰਦੂ ਨੂੰ ਵੀ ਲੈ ਲਿਆ ਸੀਗਾ। ਇਤਿਹਾਸ ਅੱਗੇ ਚੱਲ ਜਾਣਾ। ਨੱਕ ਨੱਥ ਪਾ ਕੇ ਦਿੱਲੀ ਤੋਂ ਲਾਹੌਰ ਲਿਆ ਕੇ ਜਲੂਸ ਕੱਢ ਕੱਢ ਕੇ ਮਾਰਿਆ ਸੀਗਾ ਚੰਦੂ ਨੂੰ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੰਦੀ ਛੋੜ ਦਿਵਸ, ਜਦੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਆ, ਤੇ ਸ਼ਰਧਾ ਦੇ ਵਿੱਚ ਆ ਕੇ ਸੰਗਤਾਂ ਨੇ ਦੀਪਮਾਲਾ ਕੀਤੀ। ਦੇਖੋ ਇੱਕ ਮੈਂ ਬੇਨਤੀ ਕਰਦਾ, ਉਹਨਾਂ ਦੀ ਤਾਂ ਬੰਦ ਖਲਾਸੀ ਹੋ ਗਈ, ਅੱਜ ਸਾਡੀ ਵੀ ਹੋਣੀ ਜ਼ਰੂਰੀ ਹੈ। ਅਸੀਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰੂ ਸਾਹਿਬ ਦੇ ਚਰਨਾਂ ਵਿੱਚ, ਮਹਾਰਾਜ ਇਹ ਸਰੀਰ ਰੂਪੀ ਕਿਲਾ, ਸਰੀਰ ਰੂਪੀ ਕਿਲੇ ਦੇ ਵਿੱਚ, ਸਰੀਰ ਰੂਪੀ ਕਿਲੇ ਦੇ ਵਿੱਚ ਸ਼ੁਭ ਗੁਣਾ ਰੂਪੀ ਰਾਜੇ ਜਿਹੜੇ ਆ ਉਹ ਫਸੇ ਪਏ ਆ। ਇਹਨਾਂ ਨੂੰ ਆਜ਼ਾਦ ਕਰਵਾਉਣਾ ਕਿਸ ਤਰ੍ਹਾਂ ਕਰਵਾਈਏ? हे ਮਹਾਰਾਜ ਕਿਰਪਾ ਕਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਆਲਸ ਈਰਖਾ ਵੈਰ ਵਿਰੋਧਤਾ, ਇਹ ਜਿੰਨੇ ਔਗਣ ਆ ਇਹਨਾਂ ਤੋਂ ਸਾਡੀ ਬੰਦ ਖਲਾਸੀ ਕਰਵਾ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਦਿਨ ਤੋਂ ਇਹ ਬੰਦੀ ਛੋੜ ਦਿਵਸ ਮਨਾਇਆ ਗਿਆ। ਜੋ ਸਾਡੀਆਂ ਸੰਗਤਾਂ, ਦੇਖੋ ਮੈਂ ਕਦੇ ਵੀ ਵਿਰੋਧ ਨਹੀਂ ਕੀਤਾ, ਕਿਸੇ ਧਰਮ ਦਾ ਵਿਰੋਧ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਨਹੀਂ ਗਾ। ਹਿੰਦੂ ਵੀਰ ਆ, ਉਹਨਾਂ ਨੂੰ ਉਹਨਾਂ ਦੇ ਲਈ ਮੁਬਾਰਕ, ਉਹ ਦੀਪਾਵਲੀ ਦਾ ਦਿਨ ਮਨਾਉਂਦੇ ਆ, ਪਰ ਜਿੱਥੇ ਉਹ ਦੀਪਾਵਲੀ ਦਾ ਦਿਨ ਮਨਾਉਂਦੇ ਆ ਉੱਥੇ ਸਾਡਾ ਦਿਨ ਆ ਬੰਦੀ ਛੋੜ ਦਿਵਸ। ਤੇ ਬੰਦੀ ਛੋੜ ਦਿਵਸ ਵਾਲੇ ਦਿਨ, ਦੀਪਾਵਲੀ ਵਾਲੇ ਦਿਨ ਸ਼ਰਾਬਾਂ ਚੱਲਦੀਆਂ, ਕਬਾਬਾਂ ਚੱਲਦੀਆਂ, ਜੂਆ ਆਦਿਕ ਚੱਲਦਾ। ਕੀ ਅਸੀਂ ਇਹ ਸਿੱਧ ਲਈ ਬੰਦੀ ਛੋੜ ਦਿਵਸ ਤੋਂ? ਕਿ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਤਾਂ ਸਾਨੂੰ ਉਸ ਵੇਲੇ ਜਿਹੜੇ 52 ਰਾਜੇ ਸੀ ਉਹਨਾਂ ਨੂੰ ਰਿਹਾ ਕਰਵਾਇਆ, ਤੇ ਸਾਨੂੰ ਵੀ ਇਹ ਉਪਦੇਸ਼ ਦਿੱਤਾ ਕਿ ਭਾਈ ਬਾਣੀ ਪੜੋ, ਸਿਮਰਨ ਕਰੋ, ਨਾਮ ਜਪੋ,
ਗਿਆਨ ਦੇ ਸ਼ੁਭ ਗੁਣਾਂ ਦੇ ਧਾਰਨੀ ਹੋਵੋ। ਪਰ ਸਾਡੀ ਜਿਹੜੀ ਫਿਰਤੀ ਆ, ਮੈਂ ਆਮ ਤੌਰ ਤੇ ਦੇਖਿਆ ਵੀ ਉਸ ਦਿਨ ਬੰਦੀ ਛੋੜ ਦਿਵਸ ਵਾਲੇ ਦਿਨ ਜਾਂ ਦੀਪਾਵਲੀ ਵਾਲੇ ਦਿਨ ਖੁਸ਼ੀਆਂ ਠੀਕ ਆ ਘਰਾਂ ਵਿੱਚ ਹੁੰਦੀਆਂ, ਪਰ ਵਕਾਰ ਕਿੰਨੇ ਹੁੰਦੇ ਆ, ਸ਼ਰਾਬਾਂ ਕਬਾਬਾਂ ਜੂਆ ਕਿੰਨਾ ਚੱਲਦਾ। ਕੋਈ ਵੀ ਤਿਉਹਾਰ ਹੈ, ਉਸ ਤਿਉਹਾਰ ਤੋਂ ਸਾਨੂੰ ਗੁਣ ਲੈਣਾ ਚਾਹੀਦਾ ਵੀ ਅਸੀਂ ਗੁਣ ਕੀ ਧਾਰਨ ਕਰ ਰਹੇ ਹਾਂ। ਸੋ ਇਹ ਗੁਰੂ ਸਾਹਿਬ ਦਾ ਇਤਿਹਾਸ ਬੰਦੀ ਛੋੜ ਦਿਵਸ ਦਾ, ਔਰ ਮਹਾਰਾਜ ਨੇ ਸਾਨੂੰ ਆਜ਼ਾਦੀ ਦਿੱਤੀ ਹੈ। ਦੇਖੋ, ਜੇ ਮਹਾਰਾਜ ਨੇ ਪਹਿਲਾਂ ਹੀ ਉਹਨਾਂ ਕਾਨੂੰਨ ਜੋ ਬਣਾਇਆ ਸੀ, ਕਾਨੂੰਨ ਨੂੰ ਕੱਟ ਦਿੱਤਾ, ਵੜ ਦਿੱਤਾ। ਮਹਾਰਾਜ ਕਹਿਣ ਲੱਗੇ ਦਮਾਲਾ ਸਿਰ ਤੇ ਹੋਵੇਗਾ, ਸ਼ਸਤਰ। ਅੱਜ ਕਹਿੰਦੇ ਸ਼ਸਤਰ ਹੀ ਨਾ ਰੱਖੋ ਜੀ, ਕਿਉਂ ਨਾ ਰੱਖੀ? ਗੁਰੂ ਗੋਬਿੰਦ ਸਿੰਘ ਦਾ ਬਚਨ ਆ, ਮਹਾਰਾਜ ਕਹਿਣ ਲੱਗੇ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਨੋ, ਗਹਿ ਕਾਣਤਾ ਕੋ ਕਿਤੈ ਲੈ ਸਦਾਨੋ। ਇਹ ਹੈ ਮੋਰ ਆਗਿਆ ਸੁਨੋ ਇਹ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਕੇਸਾਂ ਤੋਂ ਬਿਨਾ ਤੇ ਸ਼ਸਤਰ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੀ ਇੱਕ ਸ਼ਰਤ, ਕੇਸਾਂ ਤੋਂ ਬਿਨਾ ਤੇ ਸ਼ਸਤਰ ਤੋਂ ਬਿਨਾ ਅਸੀਂ ਦਰਸ਼ਨ ਨਹੀਂ ਦੇਣਗੇ। ਇਹ ਸ਼ਸਤਰ, ਇਹ ਦਮਾਲਾ, ਇਹ ਅਕਾਲ ਤਖਤ ਸਾਹਿਬ, ਇਹ ਆਜ਼ਾਦੀ ਦਾ ਪ੍ਰਤੀਕ ਹੈ, ਇਹ ਸੁਤੰਤਰਤਾ ਦਾ ਪ੍ਰਤੀਕ ਹੈ। कोई किसी को राज ना दे है, जो ले हैं जबल से ले है। महापुरख बाबा जरनैल सिंह नूं जेठ मनाली ने एक गल कही सी, कहंदे गुरु नानक दा धर्म ते शांति चाहुंदा, मर्द कहंदे शांति भी चाहुंदा, पर लोड़ पवे, महापुरख बाबा जरनैल सिंह ने कहा सी लोड़ पवे ते शस्त्र दी भी लोड़ है। जेठ मनाली कहन लगा जिहड़ा शस्त्र है ये शांति दा नहीं, ए शांति दा प्रतीक है, जानी झगड़े दा प्रतीक है। ते संत जरनैल सिंह कहन लगे मनाली जोड़ा चंगी तरह सोच के बोल ला, कहना मैं कहना भी शस्त्र दे नाल लड़ाई झगड़ा, कहंदे चंगा फिर जिहड़ियां तोपां बीड़ियां हुईयां ना पाकिस्तान दे बार्डर ते जां इधर चीन दे बार्डर ते पिछे कर लो। मूंह विच उंगलां आ गईयां सीगियां। शस्त्र तो बिना राज नहीं मिलेगा। शस्त्र इस गल की गवाही भरदा है। मता सोचो मैं इत्थे ईर्खा नहीं करांगा, मैं सही गल कहांगा। चरखा फेर के किते आजादी नहीं मिलेगी। अक्सर जे रस्से ना चुमदे भगत सिंह गुरी ते आजादी ते सुतंत्रता सानू नहीं मिलनी सीगी। कुर्बानियां याद करो यारा, कुर्बानियां आजादी दे विच 94% जिहड़ियां कुर्बानियां दा योगदान है, कुर्बानियां दा सुतंत्रता दे पिछे कुर्बानी जरूर लुकी पई। जिथे निमरता सानू गुरु साहब ने सिखाई है, उत्थे वीर रस भी होना जरूरी है। 6वें पातशाह तो फिर सानू गुरु साहबा ने हुक्म किया, 5 गुरु साहबाना दा हुक्म है निमरता। जिथे 5 गुरु साहबाना दा निमरता, उत्थे महाराज दे भी बचन आ वीर रस भी। 6वें पातशाह ने मीरी पीर दियां 2 श्री साहिबां, गुरु तेग बहादुर महाराज दा सीस लैंदा, 10वें पातशाह ने खंडे बट दा अमृत छका के महाराज ने कहा शस्त्र रखो। सो गुरु कृपा करे, बंदी छोड़ दिवस दियां लख लख बधाइयां। सतगुरु रहमत करन, सतगुरु कृपा करन। अखंड बाणी चैनल वालियां ने जो ये रिकॉर्डिंग कीती दास दी, तह दिलों इन्हां वीरां दा धन्नवाद, क्योंकि मैं देखदा रहना सच दी आवाज़ एक घर घर तक